ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ, ਨਾ ਕੱਲਾ ਹੋਵੇ ਪੁੱਤ ਜੱਟ ਦਾ। ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਹੋ ਜਸ ਪੰਜਾਬੀ ਦੇ ਨਾਲ ਤੇ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ ਸ਼ਹਾਦਤਾਂ ਸਫਰੇ ਕਿਸਾਨੀ ਸੰਘਰਸ਼। ਜਦੋਂ ਅਸੀਂ ਬਣਾ ਦੀ ਲੱਕੜੀ ਦੀ ਇਕੱਲੇ ਹੋਣ ਦੀ ਗੱਲ ਕਰਦੇ ਹਾਂ ਜਾਂ ਜੱਟ ਦੇ ਪੁੱਤ ਦੇ ਇਕੱਲੇ ਹੋ ਜਾਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਬਹੁਤ ਵੱਡੇ ਬਿਰਤਾਂਤ ਦੀ ਗੱਲ ਕਰ ਰਹੇ ਹੁੰਦੇ ਹਾਂ। ਸਾਡੇ ਬਜ਼ੁਰਗਾਂ ਦੁਆਰਾ ਸਿਰਜੀਆਂ ਗਈਆਂ ਇਹ ਅਖਾਣ ਜਾਂ ਇਹ ਕਹਾਵਤਾਂ ਐਵੇਂ ਨਹੀਂ ਬਣੀਆਂ। ਇਹਨਾਂ ਦੇ ਬਣਨ ਪ੍ਰਕਿਰਿਆ ਦੇ ਪਿੱਛੇ ਬੜੇ ਲੰਬੇ ਤਜਰਬੇ ਸੀ ਔਰ ਜ਼ਿੰਦਗੀ ਦੀ ਝਾਤ ਸੀ। ਸ਼ਹਾਦਤਾਂ ਦੀ ਜਦੋਂ ਬਾਤ ਪਾਉਂਦੇ ਹਾਂ, ਕਿਸਾਨੀ ਸੰਘਰਸ਼ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਹ ਕਿਸਾਨੀ ਸੰਘਰਸ਼ ਕਦੇ ਵੀ ਸਫਲ ਨਾ ਹੁੰਦਾ ਜੇਕਰ 700 ਤੋਂ ਵੱਧ ਕਿਸਾਨ ਮਜ਼ਦੂਰ ਭਰਾਵਾਂ ਨੇ ਜਾਂ ਭੈਣਾਂ ਨੇ ਸ਼ਹੀਦੀਆਂ ਦੇ ਕੇ ਇਸ ਨੂੰ ਸਿੰਜਿਆ ਨਾ ਹੁੰਦਾ। ਜੇਕਰ ਪ੍ਰਧਾਨ ਮੰਤਰੀ ਨੂੰ ਵਾਪਸ ਆ ਕੇ ਜਾਂ ਦੇਸ਼ ਦੇ ਸਾਹਮਣੇ ਆ ਕੇ ਇਹ ਕਾਨੂੰਨ ਵਾਪਸ ਲੈਣ ਦੀ ਐਲਾਨ ਕਰਨਾ ਪਿਆ ਤਾਂ ਇਹ ਇੱਕ ਮਜਬੂਰੀ ਬਣ ਗਿਆ ਸੀ। ਪੰਜਾਬ ਦਾ ਸ਼ੁਰੂ ਕੀਤਾ ਹੋਇਆ ਕਿਸਾਨੀ ਸੰਘਰਸ਼ ਨਾ ਸਿਰਫ ਬਾਕੀ ਸੂਬਿਆਂ ਪੂਰੇ ਦੇਸ਼ ਦੇ ਵਿੱਚ ਫੈਲਿਆ ਬਲਕਿ ਪੂਰੀ ਦੁਨੀਆ ਦੇ ਵਿੱਚ ਉਸ ਨੇ ਇੱਕ ਐਸੀ ਗੱਲ ਚਲਾਈ ਜਿਸ ਗੱਲ ਦਾ ਅਸਰ ਹੋਣ ਲੱਗਿਆ ਸੀ। ਪ੍ਰਧਾਨ ਮੰਤਰੀ ਕਿਸੇ ਵੀ ਵਿਦੇਸ਼ੀ ਦੌਰੇ ਦੇ ਉੱਤੇ ਜਾ ਰਹੇ ਸਨ ਜਦੋਂ ਵੀ, ਉਦੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਜ਼ਿਲ੍ਹੇ ਸੰਗਰੂਰ ਦੇ ਪਿੰਡ ਤੋਲਾਵਾਲ ਪਹੁੰਚੇ ਹਾਂ। ਤੋਲਾਵਾਲ ਦਾ ਉਹ ਕਿਸਾਨ ਜਿਸ ਨੇ 2 ਮੁਹਾਜਾਂ ਦੇ ਉੱਤੇ ਜੰਗ ਲੜੀ, ਸ਼ਹੀਦ ਜੱਗਰ ਸਿੰਘ ਫੌਜੀ। ਨਾਮ ਤੋਂ ਸਪਸ਼ਟ ਹੋ ਜਾਂਦਾ ਹੈ ਪਹਿਲਾਂ 62, 65, 71 ਦੀਆਂ ਲੜਾਈਆਂ ਦੇਸ਼ ਦੀ ਸੇਵਾ ਕਰਦੇ ਹੋਏ ਫੌਜ ਦੇ ਵਿੱਚ ਲੜੀਆਂ। ਉਸ ਤੋਂ ਬਾਅਦ ਜਦੋਂ ਹੱਕ ਹਕੂਕ ਦੀ ਗੱਲ ਆਈ ਤਾਂ ਫਿਰ ਦਿੱਲੀ ਦੇ ਬਾਰਡਰ ਦੇ ਉੱਤੇ ਜਾ ਕੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਵੀ ਪਾਇਆ ਤੇ ਆਪਣਾ ਸਰਵਉੱਚ ਬਲਿਦਾਨ ਸ਼ਹਾਦਤ ਵੀ ਦਿੱਤੀ। ਅਸੀਂ ਬੇਸ਼ੱਕ ਇਹਨਾਂ ਨੂੰ ਸ਼ਹਾਦਤ ਕਹਿੰਦੇ ਹਾਂ, ਸ਼ਹੀਦ ਮੰਨਦੇ ਹਾਂ, ਸਰਕਾਰਾਂ ਇਹਨਾਂ ਨੂੰ ਕਿਸੇ ਗਿਣਤੀ ਮਿਣਤੀ ਦੇ ਵਿੱਚ ਨਹੀਂ ਰੱਖਦੀਆਂ। ਜੇਕਰ ਇਹ ਰੁੱਖ ਦੇ ਉੱਤੇ ਤੁਹਾਡੀ ਨਜ਼ਰ ਜਾਰੀ ਹੈ ਜਿਹੜਾ ਇਸ ਵਕਤ ਆਪਣੀ ਉਮਰ ਦੀਆਂ ਕਿੰਨੀਆਂ ਬਹਾਰਾਂ ਕਿੰਨੀਆਂ ਪਤਝੜਾਂ ਹੰਢਾ ਚੁੱਕਿਆ ਹੋਏਗਾ ਤਾਂ ਇਹ ਰੁੱਖ ਹਾਣੀ ਸੀ ਸ਼ਹੀਦ ਜੱਗਰ ਸਿੰਘ ਕਿਸਾਨ ਦਾ। ਆਓ ਉਹਨਾਂ ਦੇ ਘਰ ਚੱਲਦੇ ਹਾਂ, ਪਰਿਵਾਰ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ, ਵੇਖਦੇ ਹਾਂ ਕਿ ਕਿੱਦਾਂ ਦੀ ਜੀਵਨ ਜਾਚ ਸੀ ਸ਼ਹੀਦ ਜੱਗਰ ਸਿੰਘ ਫੌਜੀ ਹੋਰਾਂ ਦੀ। ਆਓ ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਤੁਹਾਨੂੰ ਵੀ ਉਸ ਸ਼ਹੀਦ ਦੇ ਹਾਣੀ ਬਣਾਈਏ। ਲੋਕ ਕਵੀ ਅਵਤਾਰ ਸਿੰਘ ਪਾਸ਼ ਨੇ ਕਿਸੇ ਵਕਤ ਲਿਖਿਆ ਸੀ ਕਿ ਮੈਥੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਇਹ ਲਾਈਨ ਮੈਂ ਦੁਬਾਰਾ ਬੋਲ ਦਿੰਦਾ। ਲੋਕ ਕਵੀ ਅਵਤਾਰ ਸਿੰਘ ਪਾਸ਼ ਨੇ ਲਿਖਿਆ ਸੀ ਕਿ ਮੈਥੋਂ ਆਸ ਨਾ ਕਰਿਓ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ। ਇਹ ਗੱਲ ਸ਼ਾਇਦ ਅਵਤਾਰ ਸਿੰਘ ਪਾਸ਼ ਨੇ ਉਹਨਾਂ ਲੋਕਾਂ ਲਈ ਉਹ ਲਿਖੀ ਸੀ ਜਿਨ੍ਹਾਂ ਨੂੰ ਅਸੀਂ ਬੜੇ ਮਾਣ ਸਤਿਕਾਰ ਦੇ ਨਾਲ ਵੋਟਾਂ ਪਾ ਕੇ ਆਪਣੇ ਦੇਸ਼ ਦੇ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਚੁਣਦੇ ਹਾਂ, ਪਰ ਉਹ ਲੋਕਾਂ ਦੀ ਰਾਏ ਦੇ ਉੱਤੇ ਆਪਣਾ ਪੈਰ ਰੱਖ ਕੇ ਆਪਣੇ ਹਉਮੈ ਦੇ ਲਈ, ਆਪਣੇ ਹੰਕਾਰ ਦੇ ਲਈ, ਆਪਣੀ ਜਿੱਦ ਪਕਾਉਣ ਦੇ ਲਈ ਕੀ ਕੁਛ ਕਰਦੇ ਆ। ਉਸੇ ਜਿੱਦ ਦੇ ਵਿੱਚੋਂ ਇੱਕ ਗੱਲ ਸਾਹਮਣੇ ਆਈ ਜਦੋਂ 3 ਖੇਤੀ ਦੇ ਕਾਨੂੰਨ ਆਏ। ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਸਮਝ ਲਿਆ, ਸਮਝਾਇਆ ਕਿਸ ਨੇ? ਜਥੇਬੰਦੀਆਂ ਨੇ ਔਰ ਜੱਗਰ ਸਿੰਘ ਵਰਗੇ ਸ਼ਹੀਦ ਕਿਸਾਨਾਂ ਨੇ ਘਰੋਂ ਘਰੀ ਜਾ ਕੇ, ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਦੱਸਿਆ ਕਿ ਭਾਈ ਜੇ ਇਹ 3 ਖੇਤੀ ਦੇ ਕਾਨੂੰਨ ਆ ਗਏ, ਅਮਲ ਦੇ ਵਿੱਚ ਆ ਗਏ, ਪਾਸ ਹੋ ਗਏ ਜਾਂ ਲਾਗੂ ਹੋ ਗਏ ਤਾਂ ਫਿਰ ਸਾਡੀ ਚੁੱਲ੍ਹਿਆਂ ਦੀ ਅੱਗ ਜਿਹੜੀ ਹੈ ਉਹ ਬੁੱਝ ਜਾਣੀ ਹੈ। ਇਸੇ ਕਰਕੇ ਜਿਹੜੇ ਹਾਕਮਾਂ ਦੇ ਸਵਾਦ ਨੇ ਉਹਨਾਂ ਸਵਾਦਾਂ ਦੀ ਗੱਲ ਇਹ ਸ਼ਹੀਦ ਨਹੀਂ ਕਰਦੇ ਸੀ ਜਿਹੜੇ ਸਾਡੇ ਕਿਸਾਨੀ ਸੰਘਰਸ਼ ਦੇ ਸ਼ਹੀਦ ਸੀ। ਆਓ ਸ਼ਹਾਦਤਾਂ ਦੇ ਇਸ ਸਫ਼ਰ ਦੇ ਵਿੱਚ ਪਿੰਡ ਤੋਲਾਵਾਲ ਦੇ ਇਸ ਸ਼ਹੀਦ ਕਿਸਾਨ ਦੀ ਬਾਤ ਤੁਹਾਡੇ ਨਾਲ ਸਾਂਝੀ ਕਰਵਾਉਣਾ।
ਭੈਣੇ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੁਹਾਡਾ? ਮਨਜੀਤ ਕੌਰ। ਮਨਜੀਤ ਭੈਣੇ, ਤੁਸੀਂ ਵੀ ਕਿਸਾਨੀ ਸੰਘਰਸ਼ ਜਾਂਦੇ ਰਹੇ ਹੋ? ਹਾਂਜੀ, ਅਸੀਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹਾਂ। ਤੇ ਜੱਗਰ ਸਿੰਘ ਫੌਜੀ ਇਹ ਵੀ ਲੰਬੇ ਸਮੇਂ ਤੋਂ ਜਿਹੜਾ ਹੈ ਕਿਸਾਨੀ ਸੰਘਰਸ਼ ਨਾਲ ਉਗਰਾਹਾਂ ਜਥੇਬੰਦੀ ਨਾਲ ਜੁੜਿਆ ਹੋਇਆ। ਬਹੁਤ ਹੀ ਪੁਰਾਣੇ ਵਰਕਰ ਨੇ, ਕੋਈ 20-25 ਸਾਲਾਂ ਤੋਂ ਜਦੋਂ ਦੀ ਜਥੇਬੰਦੀ ਬਣੀ ਆ ਜੀ, ਉਦੋਂ ਦੇ ਇਹ ਜੁੜੇ ਹੋਏ ਨੇ। ਬਹੁਤ ਵੱਡਾ ਯੋਗਦਾਨ ਆ ਜਿਹੜਾ ਇਹਨਾਂ ਨੇ ਲੋਕ ਸੇਵਾ ਵਿੱਚ ਚਲਾਇਆ, ਜਾਂ ਆਪਾਂ ਕਹਿ ਦਈਏ ਵੀ ਫੌਜ 'ਚ ਵੀ ਇਹਨਾਂ ਨੇ ਬਹੁਤ ਸੇਵਾ ਕੀਤੀ ਆ। ਬਹੁਤ ਸਮਝਦਾਰ ਤੇ ਸੂਝਵਾਨ ਜਿਹੜੇ ਸਾਡੇ ਵਰਕਰ ਸੀ ਇਹ ਜਥੇਬੰਦੀ ਨੂੰ ਅਸੀਂ ਮੰਨਦੇ ਹਾਂ ਤੇ ਇਹਨਾਂ ਨੂੰ ਸਲਾਮ ਵੀ ਕਰਦੇ ਹਾਂ ਕਿ ਇਹੋ ਜਿਹੇ ਯੋਧੇ ਵਾਰ-ਵਾਰ ਧਰਤੀ ਤੇ ਪੈਦਾ ਨਹੀਂ ਹੁੰਦੇ ਹੈਗੇ। ਭੈਣ ਮੇਰੀ, ਇਹ ਨਾ ਇਹ ਕਾਨੂੰਨ ਲਾਗੂ ਹੁੰਦੇ, ਨਾ ਇਹ ਘੋਲ ਲੜਨੇ ਪੈਂਦੇ, ਮਤਲਬ ਧਰਨੇ ਲਾਉਣੇ ਪੈਂਦੇ, ਤੇ ਨਾ ਜੱਗਰ ਸਿੰਘ ਵਰਗਿਆਂ ਨੂੰ ਸ਼ਹੀਦ ਹੋਣਾ ਪੈਂਦਾ। ਇਹਦਾ ਮਤਲਬ ਕਾਰਨ ਤਾਂ ਸਰਕਾਰਾਂ ਬਣੀਆਂ ਨੇ। ਹਾਂਜੀ, ਸਰਕਾਰਾਂ ਹੀ ਨੇ ਸਾਨੂੰ ਜਿਹੜੇ ਫਾਂਸੀਆਂ ਦੇ ਫੰਦੇ ਤੇ ਚੜਾਉਂਦੀਆਂ ਨੇ, ਉਹ ਵੀ ਸਰਕਾਰਾਂ ਹੀ ਕਰਦੀਆਂ ਨੇ। ਹੁਣ ਅਸੀਂ ਉੱਥੇ ਗਏ, ਸਰਹੱਦਾਂ ਤੇ ਬੈਠੇ, ਪੰਜਾਬ ਦੇ ਮੋਰਚਿਆਂ ਤੇ ਬੈਠੇ, ਸਾਡਾ ਕੋਈ ਉੱਥੇ ਸ਼ੌਂਕ ਨਹੀਂ ਸੀ ਹੈਗਾ। ਅਸੀਂ ਭੁੱਖੇ ਤੇ ਸੜਕਾਂ ਤੇ ਰੁਲੇ, ਤੱਤੀਆਂ ਸੜਕਾਂ ਤੇ ਬੈਠੇ, ਠੰਡਾਂ ਵਿੱਚ ਰਾਤਾਂ ਗੁਜ਼ਾਰੀਆਂ। ਬਜ਼ੁਰਗ ਆਦਮੀ ਨੂੰ ਠੰਡ ਲੱਗ ਜਾਂਦੀ ਸੀ, ਕੋਈ ਸਰਕਾਰਾਂ ਉੱਤੇ ਅਤਿਆਚਾਰ ਕਰਦੀਆਂ ਸੀਗੀਆਂ। ਇਸੇ ਦੌਰਾਨ ਹੀ ਸਾਡੇ ਜੱਗਰ ਸਿੰਘ ਫੌਜੀ ਜੀ ਵੀ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ। ਉਹਨਾਂ ਦੀ ਵੀ ਇਸ ਸੰਘਰਸ਼ ਨੂੰ ਬਲੀਦਾਨ ਦੇ ਗਏ ਨੇ, ਕਿਸਾਨ ਸੰਘਰਸ਼ ਨੂੰ ਸਮਾਪਤ ਕਰ ਗਏ ਨੇ ਆਪਣੀ ਜ਼ਿੰਦਗੀ। ਇਹ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ ਜੱਗਰ ਸਿੰਘ। ਇਹ ਤਾਂ ਸਭ ਤੋਂ ਵੱਡਾ ਯੋਗਦਾਨ ਨਹੀਂ, ਜਦੋਂ ਬੰਦੇ ਨੇ ਆਪਣੀ ਜਾਨ ਹੀ ਦੇਤੀ ਜੀ, ਉਸ ਤੋਂ ਬਾਅਦ ਤਾਂ ਫਿਰ ਕੁਝ ਨਹੀਂ ਰਹਿ ਜਾਂਦਾ। ਹਾਂਜੀ ਹਾਂ, ਤੇ ਅਸੀਂ ਸਰਕਾਰਾਂ ਨੂੰ ਵੀ ਕਹਿੰਦੇ ਆ ਵੀ ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਆਪਣੇ ਖਾਤਰ ਆਪਣਾ ਜਿਹੜਾ ਸਰੀਰ ਆਪਣਾ ਤਿਆਗ ਕੀਤਾ ਗਾ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਾ। ਸਰਕਾਰ ਨੂੰ ਇਹਨਾਂ ਵਿੱਚ ਸੋਚਣਾ ਚਾਹੀਦਾ ਵੀ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਆ, ਕੋਈ ਇਹਨਾਂ ਦੀ ਮਾਲੀ ਸਹਾਇਤਾ ਕਰਨੀ ਚਾਹੀਦੀ ਆ। ਨਹੀਂ, ਸਰਕਾਰੀ ਦਰਬਾਰੇ ਕੋਈ ਨਹੀਂ ਪਹੁੰਚਿਆ ਹੈਗਾ। ਪਤਾ ਤਾਂ ਲੱਗ ਹੀ ਜਾਂਦਾ ਕਿ ਫਲਾਣੀ ਜਥੇਬੰਦੀ ਦਾ ਫਲਾਣੇ ਪਿੰਡ ਦਾ ਬੰਦਾ ਸ਼ਹੀਦ ਹੋ ਗਿਆ। ਇਹ ਸੰਤਰੀ ਮੰਤਰੀ ਹੁਣ ਤੋਂ ਵੋਟਾਂ ਲੈਣ ਆਉਂਦੇ ਆ, ਤੇ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਬੰਦਾ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਿਆ, ਇਹ ਕੋਈ ਨਹੀਂ ਆਏ ਹੈਗੇ? ਨਹੀਂ, ਕੋਈ ਨਹੀਂ ਆਇਆ ਜੀ। ਕੋਈ ਕਹਿ ਦਿੰਦਾ ਵੀ ਅਸੀਂ ਮਦਦ ਕਰਾਂਗੇ, ਪਰ ਹਾਲੇ ਤੱਕ ਕਿਸੇ ਨੇ ਕੋਈ ਮਾਲੀ ਮਦਦ ਨਹੀਂ ਕੀਤੀ ਹੈਗੀ। ਸਿਰਫ ਸਾਨੂੰ ਇਹ ਕਹਿ ਕੇ ਜਾਂਦੇ ਨੇ ਵੀ ਤੁਹਾਡੀ ਅਸੀਂ ਮਦਦ ਕਰਾਂਗੇ, ਵੀ ਹਾਲੇ ਤੱਕ ਸਾਡੇ ਵਾਰ 'ਚ ਕੋਈ ਨਹੀਂ ਪਹੁੰਚਿਆ। ਸਿਰਫ ਸਾਥੋਂ ਵੋਟਾਂ ਮੰਗਣ ਆਉਂਦੇ ਨੇ, ਬਾਅਦ 'ਚ 5 ਸਾਲ ਸਾਨੂੰ ਆ ਕੇ ਦੇਖਦੇ ਵੀ ਨਹੀਂ ਰਹੇ। ਮਰਦੇ ਆ, ਜਿਉਂਦੇ ਆ, ਜਾਂ ਪਰਿਵਾਰ ਦਾ ਕੀ ਹਾਲ ਚਾਲ ਆ ਕੀ ਨਹੀਂ ਹੈਗਾ। ਹੁਣ ਪਰਿਵਾਰ ਸਾਡੇ ਵਿੱਚ ਬੈਠਾ ਗਾ, ਅੱਜ ਤੁਸੀਂ ਇਹਨਾਂ ਦੇ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਨਾਜ਼ੁਕ ਹਾਲਾਤ ਨੇ। ਪਰਿਵਾਰ ਆ, ਮਾਤਾ ਜੀ ਨੇ, ਇਹ ਵੀ ਬਜ਼ੁਰਗ ਨੇ, ਬੱਚੇ ਨੇ। ਇਹਨਾਂ ਬੱਚੇ ਨੇ ਜਿਹੜੇ ਇਹਨਾਂ ਦੇ ਮਾਤਾ ਜੀ ਨੇ ਉਹ ਪਹਿਲਾਂ ਹੀ ਕਾਲ ਚਲਾਣਾ ਕਰ ਗਏ ਸੀ। ਇੱਕ ਦਾਦਾ ਜੀ ਸੀ ਜਿਹੜਾ ਇਹਨਾਂ ਦਾ ਪਰਿਵਾਰ ਦਾ ਦੇਖ ਰੇਖ ਕਰਦਾ, ਜਿਹੜਾ ਬਜ਼ੁਰਗ ਵੱਡਾ ਮੋਢੀ ਸੀ, ਜਿਹੜਾ ਦੇਖ ਰੇਖ ਕਰਦਾ ਸੀ। ਅੱਜ ਉਹ ਇਹਨਾਂ ਦੇ ਵਿੱਚੋਂ ਚਲੇ ਗਏ ਨੇ ਤੇ ਇਹਨਾਂ ਨੂੰ ਬਹੁਤ ਸਾਰਾ ਜਿਹੜਾ ਘਾਟਾ ਪਿਆ ਗਾ, ਉਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ। ਇਸ ਕਰਕੇ ਸਰਕਾਰ ਨੂੰ ਇਸ ਪਰਿਵਾਰ ਦੇ ਉੱਤੇ ਨਿਗਾਹ ਮਾਰਨ ਦੀ ਲੋੜ ਆ, ਇਹਨਾਂ ਦੀ ਮਦਦ ਕਰਨ ਦੀ ਲੋੜ ਆ। ਸਤਿ ਸ਼੍ਰੀ ਅਕਾਲ ਬੀਬੀ। ਬੀਬੀ ਕੀ ਨਾਂ ਤੁਹਾਡਾ? ਬਲਦੇਵ ਕੌਰ ਹੈ ਜੀ। ਬੀਬੀ ਤੁਸੀਂ ਜਿਆਦੇ ਧਰਨਿਆਂ ਤੇ ਜਾਂਦੇ ਸੀਗੇ ਬਾਪੂ ਹੋਰੀ? ਜਾਂਦੇ ਤੇ ਬਹੁਤ ਜਾਂਦੇ। ਪਹਿਲਾਂ ਤੋਂ ਜਾਂਦੇ ਤੇ? ਪਹਿਲਾਂ ਤੋਂ ਹੀ ਬੱਚ ਜਾਉ, ਫੌਜ ਤੋਂ ਆਏ ਤੇ ਧਰਨੇ ਸ਼ੁਰੂ ਹੋਏ ਨੇ, ਉਦੋਂ ਦੇ ਜਾਂਦੇ ਤੇ। ਫੌਜ ਚੋਂ ਕਦੇ ਆਏ, ਕਦੋਂ ਆਏ ਨੇ ਰਿਟਾਇਰ ਹੋ ਕੇ? ਯਾਦ ਹੈ ਕੋਈ? ਸਾਨੂੰ ਯਾਦ ਹੈ ਤੁਹਾਨੂੰ? ਯਾਦ ਨਹੀਂ ਜੀ, ਹੁਣ ਤਾਂ ਬਹੁਤ ਸਾਲ ਹੋ ਗਏ ਆਇਆ। ਫੌਜ 'ਚ ਵੀ ਲੜਾਈਆਂ ਲੜੀਆਂ ਸੀ? ਹਾਂ, ਬਥੇਰੀਆਂ। ਆਹ ਉਂਗਲਾਂ ਕੱਟੀਆਂ ਗਈਆਂ ਤੇ 2 9। ਅੱਛਾ। ਪੇਟ 'ਚ ਮਧਾਣੀ ਲੋਟ ਚੀਰਾ ਤੇ ਬਹੁਤ ਕੱਟੀਆਂ, ਉੱਥੇ ਵੀ ਲੜਾਈਆਂ ਲੜੀਆਂ। ਗੋਲੀਆਂ ਲੱਗੀਆਂ ਹੋਈਆਂ? ਗੋਲੀਆਂ ਹਾਂ, ਉੱਥੇ ਬਹੁਤ ਸੇਵਾ ਕਰੀ। ਤੇ ਉਰੇ ਧਰਨਿਆਂ 'ਚ ਪਹਿਲੇ ਦਿਨੋਂ ਜਾਂਦੇ ਸੀ? ਧਰਨਿਆਂ 'ਚ ਪਹਿਲੇ ਦਿਨੋਂ, ਹੋਡੀ ਜਿੱਤੇ ਧਰਨਿਆਂ ਦੇ। ਤੁਹਾਡੇ ਨਾਲ ਤਾਂ ਚਲੋ, ਤੁਹਾਡੇ ਤਾਂ ਜੀਵਨ ਸਾਥੀ ਸੀ ਬੀਬੀ। ਬੰਦੇ ਦਾ ਇੱਕ ਤਾਂ ਹੁੰਦਾ ਟਾਈਮ ਨਾਲ ਜਾਣਾ, ਇੱਕ ਹੁੰਦਾ ਬੇਵਕਤੇ ਜਾਣਾ। ਬੇਵਕਤੇ ਜੀ, ਹੁਣ ਸਾਡਾ ਤਾਂ ਬਸ ਮੂਹਰੇ ਮੁਖੀ ਉਹੀ ਸੀ ਜਦੋਂ ਬੱਚਿਆਂ ਨੂੰ ਉਹੀ ਉਹ ਕਰਦਾ ਸੀ। ਹੁਣ ਇਹ ਤਾਂ ਪੁੱਤ ਤਾਂ ਮੇਰੇ ਸਮਝ ਪਿਓ ਹੀ ਮੂਹਰੇ ਸੀ, ਇਹ ਤਾਂ ਵਿਚਾਰੇ ਕਾਸੇ ਦਾ ਉਹ ਨਹੀਂ ਸੀ। ਇਹ ਤਾਂ ਘਾਟਾ ਫਿਰ ਸਰਕਾਰਾਂ ਕਰਕੇ ਪਿਆ ਬੀਬੀ। ਹਾਂ ਜੀ, ਇਹੀ ਕਹਿੰਦੇ ਆ ਵੀ ਮੰਗ ਸਰਕਾਰਾਂ ਤੋਂ ਕੋਈ ਸਾਡੀ ਗਰੀਬ ਪਰਿਵਾਰ ਦੀ ਸਹਾਇਤਾ ਕਰਨ, ਕੋਈ ਬੱਚੇ ਨੂੰ ਕੋਈ ਨੌਕਰੀ ਮਿਲੇ, ਇਹੀ ਮੰਗ ਹੈ ਸਾਡੀ। ਤੁਹਾਡੀ ਗੱਲ ਹੁੰਦੀ ਸੀ ਕਿ ਬਾਪੂ ਜੀ ਨਾਲ ਵੀ ਤੁਸੀਂ ਆਹ ਧਰਨਿਆਂ 'ਚ ਕਿਉਂ ਜਾਂਦੇ ਹੋ, ਤੁਸੀਂ ਆਹ ਰੈਲੀਆਂ 'ਚ ਕਿਉਂ ਜਾਂਦੇ ਹੋ? ਨਾ ਜੀ, ਜਾਂਦੇ ਤੇ ਜਦੋਂ ਉਹ ਬਸ ਆਪਦੀ ਮਰਜ਼ੀ ਨਾਲ ਹੀ ਜਾਂਦਾ, ਉਹ ਕਿਹੜਾ ਕਿਸੇ ਦੇ ਕਹੇ ਤੋਂ ਅੜਦਾ ਸੀ। ਫਿਰ ਅਸੀਂ ਕਿਹਾ ਨਹੀਂ ਸੀ ਕਦੇ। ਮਤਲਬ ਉਹਨੂੰ ਚਾਅ ਸੀ ਵੀ ਲੋਕਾਂ ਦੀ? ਹਾਂ, ਸ਼ੌਂਕ ਸੀ ਉਹਨੂੰ ਜਾਣ ਦਾ। ਕਹਿੰਦਾ ਮੈਂ ਦੁਨੀਆ ਦਾ ਭਲਾ ਕਰਨ ਵਾਸਤੇ ਅਸੀਂ ਧਰਨਿਆਂ ਤੇ ਜਾਂਦੇ। ਇਹ ਗੱਲ ਮਨ 'ਚ ਸੀ ਵੀ ਇਹਦੇ ਨਾਲ ਭਲਾ ਹੋਊਗਾ। ਹਾਂ, ਪਹਿਲਾਂ ਦੇਸ਼ ਦਾ ਊਂ ਕਰਿਆ, ਫੌਜ 'ਚ ਹੁਣ ਐਂ ਕਰਿਆ। ਆਹ ਗੱਲ ਬੜੀ ਮਹੱਤਵਪੂਰਨ ਹੈ ਪਿਆਰੇ ਦਰਸ਼ਕੋ, ਜਿਹੜੀ ਬੀਬੀ ਨੇ ਵੀ ਕਹੀ ਹੈ, ਜਿਹੜੀ ਗੱਲ ਮੈਂ ਵੀ ਕਹੀ ਸੀ ਕਿ ਪਹਿਲਾਂ
ਦੇਸ਼ ਦੀ ਸੇਵਾ ਬਤੌਰ ਫੌਜੀ ਕੀਤੀ, ਇਸ ਤੋਂ ਉੱਤਮ ਤੇ ਇਸ ਤੋਂ ਵੱਡੀ ਨੌਕਰੀ ਕੋਈ ਨਹੀਂ ਮੰਨੀ ਜਾਂਦੀ ਹੈਗੀ। ਦੇਸ਼ ਦੀ ਸੇਵਾ ਕਰਨੀ, ਫੌਜ ਦੇ ਵਿੱਚ ਹੋਣਾ। ਪਹਿਲਾਂ ਤਾਂ ਉੱਥੇ ਉਹ ਸੇਵਾ ਨਿਭਾ ਕੇ ਆਏ, 2 ਉਂਗਲਾਂ ਵੀ ਕੱਟੀਆਂ ਹੋਈਆਂ ਸੀ, ਪੇਟ ਦੇ ਵਿੱਚ ਚੀਰੇ ਲੱਗੇ ਹੋਏ ਸੀ, ਕਿਉਂਕਿ ਲੜਾਈਆਂ ਲੜੀਆਂ ਹੋਈਆਂ ਸੀਗੀਆਂ ਦੇਸ਼ ਦੀ ਰੱਖਿਆ ਕਰਦੇ ਹੋਏ। ਤੇ ਮੁੜ ਕੇ ਜਿਹੜੀ ਆਹ ਜ਼ਮੀਨ ਤੇ ਆ ਕੇ, ਪਿੰਡ ਆ ਕੇ ਜਿਹੜੀਆਂ ਲੜਾਈਆਂ, ਨਾ ਬਰਾਬਰੀ ਦੇ ਖਿਲਾਫ ਦੀ ਲੜਾਈ, ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ ਜਿਹੜੀ ਲੜਾਈ, ਉਹ ਲੜਾਈ ਵੀ ਲੜਨੀ ਤੇ ਫਿਰ ਸਰਕਾਰਾਂ ਤੋਂ ਉੱਤੋਂ ਡੰਡੇ ਵੀ ਖਾਣੇ। ਆਹ ਗੱਲ ਹੈ। ਇੱਕ ਪਾਸੇ ਦੇਸ਼ ਦੀ ਸੇਵਾ ਕਰ ਰਹੇ ਤੇ ਦੂਜੇ ਪਾਸੇ ਹਾਕਮਾਂ ਨੇ ਕੀ ਕੀਤਾ, ਸਰਕਾਰਾਂ ਨੇ ਕੀ ਕੀਤਾ, ਪਾਣੀ ਦੀਆਂ ਬਾਛੜਾਂ ਮਾਰੀਆਂ, ਅਥਰੂ ਗੈਸ ਦੇ ਗੋਲੇ ਦਾਗੇ, ਕੀ ਕੁਛ ਨਹੀਂ ਕੀਤਾ ਹੈ। ਦਿੱਲੀ ਪਹੁੰਚਣ ਲਈ ਜੋ ਕੁਛ ਕਿਸਾਨਾਂ ਦੇ ਨਾਲ ਜੋ ਕੁਛ ਹੋਇਆ, ਦਿੱਲੀ ਪਹੁੰਚ ਕੇ ਕੀ ਕੁਛ ਹੋਇਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਵੀਰਪਾਲ ਕੌਰ ਜੀ। ਤੁਸੀਂ ਕੀ ਲੱਗਦੇ ਹੋ ਇਹਨਾਂ ਦੇ? ਮੇਰਾ ਤਾਇਆ ਜੀ ਸੀ ਜੀ, ਬਹੁਤ ਵਧੀਆ ਉਹ ਸੀ, ਕਿਸਾਨ ਸੀ ਜੀ। ਉਹ ਹਰ ਇੱਕ ਨੂੰ ਜੀ ਆਪਦੇ ਪਰਿਵਾਰ ਵਾਂਗੂ ਰਾਏ ਦਿੰਦਾ ਸੀ। ਇਹਨਾਂ ਦੇ ਪਰਿਵਾਰ ਨੂੰ ਤਾਂ ਜੀ ਘਾਟਾ ਪੈਣਾ ਪੈਣਾ ਜੇ ਅਸੀਂ ਇੱਥੇ 20 22 ਕੋਠੇ ਰਹਿੰਦੇ ਆ। ਕੋਈ ਸਾਂਝਾ ਕੰਮ ਕਰਨਾ ਸੀ ਜੀ, ਉਹਦੇ ਵਰਗਾ ਨੇਕ ਇਨਸਾਨ ਜੀ ਕੋਈ ਨਹੀਂ ਹੈਗਾ। ਹਰ ਇੱਕ ਆਪਦੇ ਅੱਜ ਕੱਲ ਮਤਲਬ ਵਾਸਤੇ ਉਹ ਕਰਦਾ ਜੀ। ਉਹਨੂੰ ਮਤਲਬ ਨਹੀਂ ਸੀ ਜੀ ਕੋਈ। ਉਹਨੇ ਜੋ ਗੱਲ ਕਹਿਣੀ ਸੀ ਸੱਚੀ ਕਹਿਣੀ ਸੀ, ਸਭ ਦੇ ਮੂੰਹ ਤੇ ਕਹਿਣੀ ਸੀ ਜੀ। ਭਲਾ ਸੋਚਣਾ ਜੀ। ਗੁਰਵਿੰਦਰ ਜਿਹੜਾ ਸ਼ਹੀਦ ਹੋ ਗਿਆ ਸੀ ਜੀ, ਉਹਨੂੰ ਜੀ ਉਸੇ ਨੇ ਬਹੁਤ ਵੱਡੀ ਸੇਧ ਦਿੱਤੀ ਸੀ ਵੀ ਤੁਸੀਂ ਫੌਜ 'ਚ ਜਾਓ। ਗੁਰਵਿੰਦਰ ਫੌਜ 'ਚ ਜਾਓ ਪੁੱਤ, ਫੌਜ 'ਚ ਬਹੁਤ ਕੁਛ ਉਹ ਹੁੰਦਾ ਹੈਗਾ, ਸਿੱਖੀ ਦਾ ਪਤਾ ਲੱਗਦਾ ਜਾ ਕੇ। ਤੇ ਕਹਿੰਦੇ ਹੁੰਦੇ ਨੇ ਉਹਦੇ ਜੀ ਪੂਰਨਿਆਂ ਤੇ ਉਹ ਪੂਰਾ ਉਤਰਿਆ। ਪਰ ਹੁਣ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਵੀ ਜਦੋਂ ਸ਼ਹਾਦਤਾਂ ਹੁੰਦੀਆਂ ਨੇ ਉਦੋਂ ਤਾਂ ਬਹੁਤ ਵੱਡੇ ਵਾਅਦੇ ਕਰਦੀਆਂ ਨੇ ਤੇ ਪਰ ਉਹ ਪੂਰ ਕੋਈ ਨਹੀਂ ਚੜ੍ਹਦੇ ਹੈਗੇ ਜੀ। ਅੱਜ ਤੱਕ ਨਾ ਤਾਂ ਹਜੇ ਤੱਕ ਗੁਰਵਿੰਦਰ ਦੀ ਵਾਅਦੇ ਪੂਰ ਚੜ੍ਹੇ ਨੇ। ਸਾਡੇ ਤਾਇਆ ਜੀ ਦਾ ਤਾਂ ਜੀ ਆ ਕੇ ਕਿਸੇ ਨੇ, ਮੰਤਰੀ ਨੇ ਸਾਨੂੰ ਇਹ ਵੀ ਨਹੀਂ ਪੁੱਛਿਆ ਹੈਗਾ ਵੀ ਕੀ ਗੱਲ ਬਣੀ ਕੀ ਨਾ ਬਣੀ। ਵੋਟਾਂ ਵਾਸਤੇ ਤਾਂ ਬਹੁਤ ਆ ਜਾਂਦੇ ਨੇ ਜੀ। ਹੁਣ ਫੇਰ ਆਉਣਗੇ ਜੀ, ਹੁਣ ਵੀ ਆ ਜਾਣਗੇ ਜੀ। ਕੋਈ ਆਈ ਜਾਵੇ ਜੀ, ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ। ਤੇ ਜਦੋਂ ਗੁਰਵਿੰਦਰ ਸ਼ਹੀਦ ਹੋਇਆ ਸੀ ਜੀ, ਸਾਡੇ ਤਾਇਆ ਜੀ ਦਾ ਵੀ ਇਹ ਨੇਕ ਫੈਸਲਾ ਸੀ ਜਿਹੜੀ ਆ ਸਾਡੇ ਰੋਡ ਆਉਂਦਾ ਹੈਗਾ ਵੀ ਇਹ ਰੋਡ ਹਰ ਕੋਲ ਪੱਕਾ ਬਣਨਾ ਚਾਹੀਦਾ। ਤੇ ਉਹਨੇ ਜਦੋਂ ਵੀ ਕਿਤੇ ਗੱਲ ਚੱਲਣੀ ਗੁਰਵਿੰਦਰ ਦੀ, ਉਹਨੇ ਕਹਿਣਾ ਵੀ ਆਪਣਾ ਰੋਡ ਬਣਨਾ ਚਾਹੀਦਾ। ਕਿਉਂਕਿ ਘਰ ਨੂੰ ਆਉਂਦਾ ਸੀ ਜੀ, ਬਜ਼ੁਰਗ ਬੰਦਾ ਸੀ, ਬਹੁਤ ਔਖਾ ਸੀ ਜਦੋਂ ਆਉਂਦਾ ਸੀ। ਤੇ ਉਹਦੇ ਐਡੇ ਐਡੇ ਪੈਰ ਹੋ ਜਾਂਦੇ ਜੀ ਸੁੱਜ ਕੇ, ਅਸੀਂ ਕਹਿ ਨਹੀਂ ਸਕਦੇ। ਤਾਇਆ ਜੀ ਦੇ ਜੀ ਐਡੇ ਐਡੇ ਪੈਰ ਹੋ ਜਾਣੇ ਸੀਗੇ। ਉਹਨਾਂ ਤੋਂ ਆਪਦੇ ਭਾਰ ਨਹੀਂ ਚੱਲਿਆ ਜਾਂਦਾ ਸੀ ਪੈਰਾਂ ਤੇ। ਅਸੀਂ ਕਹਿੰਦੇ ਵੀ ਤੁਸੀਂ ਕਿਉਂ ਜਾਂਦੇ ਹੋ? ਕਹਿੰਦੇ ਇਹ ਜ਼ਿੰਦਗੀ ਬਣੀ ਦੇਸ਼ ਦੀ ਸੇਵਾ ਵਾਸਤੇ ਹੈ। ਪਰ ਅਸੀਂ ਇਹ ਚਾਹੁੰਦੇ ਹਾਂ ਵੀ ਇਹੋ ਜਿਹੇ ਇਨਸਾਨ ਨੂੰ ਜੇ ਕੋਈ ਸਰਕਾਰ ਸਾਥ ਨਹੀਂ ਦਿੰਦੀ, ਉਹ ਸਰਕਾਰ ਨਹੀਂ ਹੈਗੀ ਜੀ। ਸਰਕਾਰ ਕੌਣ ਬਣਾਉਂਦੇ ਆ? ਅਸੀਂ ਵੋਟਾਂ ਪਾ ਕੇ ਬਣਾਉਂਦੇ ਹਾਂ। ਪਰ ਬਣ ਕੇ ਲੋਕ ਇਹ ਸੋਚਦੇ ਨੇ ਵੀ ਮੈਂ ਰੱਬ ਬਣ ਗਿਆ। ਰੱਬ ਤੋਂ ਕੋਈ ਨਹੀਂ ਡਰਦਾ। ਅਸੀਂ ਕਹਿੰਦੇ ਵੀ ਇਹ ਸਰਕਾਰਾਂ ਨੂੰ ਰੱਬ ਤੋਂ ਡਰਨਾ ਚਾਹੀਦਾ। ਇਹੋ ਜਿਹੇ ਕਿਸਾਨਾਂ ਦੀ, ਇਹੋ ਜਿਹੇ ਸ਼ਹਾਦਤਾਂ ਵਾਲੇ ਬੰਦਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਤੇ ਉਹਨੇ ਫੌਜ 'ਚ ਵੀ ਜਿੰਨਾ ਚਿਰ ਕਰਿਆ ਬਹੁਤ ਨੇਕੀ ਦਾ ਕੰਮ ਕਰਿਆ। ਪਰਿਵਾਰ 'ਚ ਵੀ ਜੀ ਇੱਕ ਉਹ ਬਹੁਤ ਮੰਨ ਲਓ ਵੀ ਮੇਨ ਉਹ ਸੀਗਾ। ਜਿਹੜੇ ਹੁਣ ਇਹਦੇ ਬੇਟੇ ਨੇ ਉਹ ਵਿਚਾਰੇ ਆਮ ਖੇਤੀ ਕਰਨ ਵਾਲੇ ਨੇ, ਕੋਈ ਪੜ੍ਹਿਆ ਲਿਖਿਆ ਨਹੀਂ ਹੈਗਾ। ਗਾਹਾਂ ਪੋਤੇ ਪੜ੍ਹੇ ਲਿਖੇ ਸੀ, ਇਹਨਾਂ ਨੂੰ ਮਾੜਾ ਮੋਟਾ ਲੈ ਕੇ ਜਾਂਦਾ ਸੀ। ਉਹ ਸਾਰੀ ਕਬੀਲਦਾਰੀ ਇਹਨਾਂ ਦੀ ਘਰ ਦੀ ਜੀ ਉਹਦੇ ਉੱਤੇ ਸੀ, ਤਾਏ ਕੋਲੇ ਸੀ ਜੀ। ਉਹ ਜੀ ਮੇਰੇ ਕੋਲੇ ਵਗ ਜਾਂਦਾ ਬਹੁਤ, ਜਦੋਂ ਉਹਦੇ ਮਨ 'ਚ ਮੰਨ ਲਓ ਕਿਸੇ ਤਰ੍ਹਾਂ ਦੀ ਪੀੜ ਹੁੰਦੀ, ਔਖ ਹੁੰਦੀ, ਉਹ ਜੀ ਮੇਰੇ ਨਾਲ ਸਾਰੀਆਂ ਗੱਲਾਂ ਕਰਕੇ ਤੁਹਾਡੇ ਕੋਲੇ ਸਹੁਰੇ ਆ ਜਾਂਦੇ। ਹਾਂਜੀ ਇੱਥੇ ਮੈਂ ਲਵੀ ਵਿਆਹੀ ਆਂਗੀ, ਸਾਡਾ ਥੋੜੀ ਦੂਰੀ ਘਰ ਹੈਗਾ। ਤੇ ਵੀ ਮੇਰੇ ਪੇਕੇ ਸਾਹਪਰ ਨੇ, ਉਧਰੋਂ ਵੀ ਉਹ ਮੇਰਾ ਫੁੱਫੜ ਲੱਗਦਾ ਸੀ। ਉਹ ਮੇਰੇ ਨਾਲ ਸਾਰੇ ਦੁੱਖ ਸੁੱਖ ਦੀਆਂ ਗੱਲਾਂ ਕਰਦਾ। ਉਹ ਬਹੁਤ ਵੀ ਨਾਜ਼ੁਕ ਕਬੀਲਦਾਰੀ ਚੋਂ ਗੁਜ਼ਰਿਆ ਸੀ। ਜਦੋਂ ਉਹਨਾਂ ਦੇ ਨੂੰਹ ਦੀ ਡੈਥ ਹੋਈ ਸੀ ਉਦੋਂ ਵੀ ਬਹੁਤ ਪੈਸਾ ਲੱਗ ਗਿਆ ਸੀ। ਫਿਰ ਬੇਟੇ ਦੀ ਡੈਥ ਹੋਈ ਉਹ ਤੇ ਵੀ ਬਹੁਤ ਪੈਸਾ ਲੱਗ ਗਿਆ। ਸ਼ੁਰੂ ਤੋਂ ਅਸੀਂ ਜੀ ਇਹਨਾਂ ਦੇ ਨਾਲ ਆਂਗੇ। ਅਸੀਂ ਕਹਿੰਦੇ ਆਂਗੇ ਵੀ ਜੇ ਹੁਣ ਸਰਕਾਰਾਂ ਇਹਨਾਂ ਦੇ ਨਾਲ ਰਲਣ, ਇਹਨਾਂ ਬੱਚਿਆਂ ਨੂੰ ਉਹਦੀ ਘਾਟ ਤਾਂ ਪੂਰੀ ਹੋ ਨਹੀਂ ਸਕਦੀ, ਪਰ ਜਿਹੜਾ ਉਹਨਾਂ ਦਾ ਦੁੱਖ ਹੈ ਉਹ ਥੋੜਾ ਹੋ ਜੇ। ਜਦੋਂ ਇਹ ਬੱਚੇ ਤੇ ਛੋਟੇ ਛੋਟੇ ਜੀ ਇਹਨਾਂ ਨੂੰ ਸਾਈਕਲਾਂ ਤੇ ਉਹਨੇ ਪਿੰਡ ਲੈ ਕੇ ਜਾਣਾ, ਆਪ ਹੀ ਸਿਰ ਵਾਹੁਣੇ, ਆਪ ਹੀ ਨਵਾਉਣੇ, ਆਪ ਹੀ ਤਿਆਰ ਕਰਨੇ। ਇਹੋ ਜਿਹਾ ਮਾਂ ਪਿਓ ਜੀ ਕੋਈ ਜ਼ਿੰਦਗੀ 'ਚ ਕਿਸੇ ਬੰਦੇ ਨੂੰ ਮਿਲਦਾ ਹੈ। ਜਿਹਦਾ ਇਹੋ ਜਿਹਾ ਮਾਂ ਪਿਓ ਵਗ ਜੇ, ਉਹ ਫਿਰ ਆਪਾਂ ਨੂੰ ਵੀ ਪਤਾ ਵੀ ਆਪਾਂ ਨੂੰ ਕਿੰਨਾ ਕੁ ਘਾਟਾ ਪੈਂਦਾ।
ਪਰ ਘਾਟਾ ਉਸੇ ਨੂੰ ਪਤਾ ਹੁੰਦਾ ਹੈ ਜਿਹਦਾ ਘਰ ਚੋਂ ਜੀ ਗਿਆ ਹੁੰਦਾ ਹੈ। ਅਸੀਂ ਇਹ ਘਾਟੇ 'ਚ ਗੁਜ਼ਰੇ ਹੋਏ ਆ, ਸਾਨੂੰ ਪਤਾ ਵੀ ਘਾਟਾ ਕੀ ਚੀਜ਼ ਹੁੰਦੀ ਹੈ। ਬਾਕੀ ਦੁਨੀਆ ਦੀ ਤਾਂ ਜੀ ਉਹ ਹੋ ਜਾਂਦੀ ਹੈਗੀ, ਤੇ ਹੁਣ ਵੀ ਜੇ ਕਹਿਣ ਚੀਜ਼ ਨਾਲ ਵੀ ਉਹਦੀ ਘਾਟ ਪੂਰੀ ਹੋ ਜਾਊ, ਪੂਰੀ ਨਹੀਂ ਹੁੰਦੀ। ਇਹ ਰੋਟੀ ਖਾਣ ਵਾਸਤੇ ਆਪਾਂ ਨੂੰ ਸਾਰਾ ਕੁਝ ਕਰਨਾ ਪੈਂਦਾ। ਆਪਾਂ ਰੋਟੀ ਖਾਣ ਵਾਸਤੇ ਦਾਲ ਵੀ ਬਣਾਉਂਦੇ ਆ, ਆਟਾ ਵੀ ਬਣਾਉਂਦੇ ਆ, ਸਾਰਾ ਕੁਝ ਕਰਨਾ ਪੈਂਦਾ। ਹੁਣ ਉਹੀ ਚੀਜ਼ ਇਹਨਾਂ ਦੀ ਹੈ ਜੀ, ਵੀ ਜੇ ਇਹਨਾਂ ਨੂੰ ਬੱਚਿਆਂ ਨੂੰ ਰੋਟੀ ਮਿਲ ਜੇ, ਰੋਟੀ ਨਾਲ ਚਲੋ ਇਹਨਾਂ ਦਾ ਰੁਜ਼ਗਾਰ ਚੱਲ ਪਏ, ਇਹ ਵੀ ਸੌਖੇ ਹੋ ਜਾਣ। ਸਾਨੂੰ ਵੀ ਦੇਖਣ ਨੂੰ ਆਏ ਹੋ ਜੇ ਵੀ ਹਾਂ ਸਾਡੇ ਤਾਇਆ ਜੀ ਨੇ 2 ਸਹਾਇਤਾ ਪਾਈਆਂ ਜਿਸ ਟਾਈਮ ਜੀ ਉਹਦੇ ਬੰਬ ਸੀਗਾ ਪੇਟ 'ਚ ਲੱਗਿਆ ਹੋਇਆ। ਅੱਛਾ, ਸਰਲੇ ਵੱਜੇ ਹੋਏ ਸੀ ਜੀ ਬਹੁਤ ਜ਼ਿਆਦਾ, ਤੇ ਕਹਿੰਦੇ ਹੁੰਦੇ ਨੇ ਬਹੁਤ ਵੱਡੀ ਸਹਾਇਤਾ ਪਾਈ ਸੀ ਜੀ। ਉਹ ਪਰਿਵਾਰ ਨੂੰ ਤਾਂ ਇੰਨੀ ਗੱਲ ਦੱਸਦਾ ਨਹੀਂ ਸੀ ਵੀ ਉੱਥੇ ਐਡਾ ਦੁੱਖ ਹੁੰਦਾ, ਕਿਉਂ ਉਹਨੂੰ ਐ ਹੁੰਦਾ ਸੀ ਵੀ ਬੱਚੇ ਮੇਰੇ ਕਾਸੇ ਤੇ ਲੱਗਣ। ਕਿਉਂ ਵੀ ਜੇ ਹੁਣ ਜਿਹੜਾ ਫੌਜੀ ਹੁੰਦਾ ਜੀ, ਉਹ ਕੋਈ ਆਪਦੇ ਪਰਿਵਾਰ ਨੂੰ ਆ ਕੇ ਦੁੱਖ ਨਹੀਂ ਦੱਸਦਾ ਹੁੰਦਾ ਉੱਥੇ ਕੀ ਹੁੰਦਾ ਜੀ। ਤੇ ਕਹਿੰਦੇ ਹੁੰਦੇ ਨੇ ਇਹ ਤਾਂ ਵੀ ਮਗਰੋਂ ਆਪਾਂ ਨੂੰ ਲੋਕ ਦੱਸਦੇ ਨੇ, ਤੇ ਕਹਿੰਦੇ ਹੁੰਦੇ ਨੇ ਵੀ ਉਹ ਆਪਣੇ ਇਹ ਗੁਰਵਿੰਦਰ ਨਾਲ ਸਾਰੀਆਂ ਗੱਲਾਂ ਕਰ ਲੈਂਦਾ ਜੀ, ਤੇ ਬਹੁਤ ਜੀ ਵਧੀਆ ਨੇਕ ਇਨਸਾਨ ਸੀਗਾ ਜੀ। ਉਹਦਾ ਘਾਟਾ ਪੂਰਾ ਨਹੀਂ ਹੋਇਆ, ਪਰ ਇਹ ਕਹਿੰਦੇ ਆ ਵੀ ਹੁਣ ਉਹਦੇ ਬੱਚਿਆਂ ਨੂੰ ਵੀ ਨੌਕਰੀ ਵੀ ਮਿਲਣੀ ਚਾਹੀਦੀ ਹੈ, ਮਾਲਵਾ ਵੀ ਮਿਲਣਾ ਚਾਹੀਦਾ, ਕਿਉਂਕਿ ਜੇ ਉਹਦੇ ਘਰੇ ਸਾਰਾ ਕੁਝ ਹੁੰਦਾ ਅਸੀਂ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ। ਹੁਣ ਘਰੇ ਜਦੋਂ ਗਰੀਬੀ ਹੈ, ਗਰੀਬੀ 'ਚ ਬੱਚਾ ਖਾਊਗਾ ਵੀ ਕੀ ਜੀ। ਪਿਆਰੇ ਦਰਸ਼ਕੋ, ਮੈਂ ਮੇਰੇ ਸਹਿਯੋਗੀ ਨੂੰ ਕਹਾਂਗਾ ਘਰ ਦੇ ਹਾਲਾਤ ਦਿਖਾ ਦਿਓ। ਸ਼ਹੀਦ ਗੁਰਵਿੰਦਰ ਵੀ ਇਸੋਂ ਪਿੰਡੋਂ ਸੀਗਾ। ਬਹੁਤ ਉਸ ਦੀ ਸ਼ਹਾਦਤ ਜਦੋਂ ਹੋਈ ਸੀ ਸ਼ਹੀਦ ਗੁਰਵਿੰਦਰ ਦੀ, ਬੜੇ ਵੱਡੇ ਉਦੋਂ ਅਸੀਂ ਦਾਅਵੇ ਵਾਅਦੇ ਸੁਣੇ, ਬੜੇ ਬਿਆਨ ਸੁਣੇ ਸੀ। ਸੜਕ ਦਾ ਨਾਮ ਵੀ ਉਦੋਂ ਰੱਖਿਆ ਗਿਆ ਸੀਗਾ, ਮੈਨੂੰ ਧਿਆਨ ਆ ਚੰਗੀ ਤਰ੍ਹਾਂ। ਇਹ ਜੱਗਰ ਸਿੰਘ ਜੀ ਵੀ ਫੌਜ ਦੇ ਵਿੱਚੋਂ ਆਏ ਹੋਏ ਸੀ। 2 ਪਾਸੇ ਦੀਆਂ 2 ਲੜਾਈਆਂ, ਇੱਕ ਲੜਾਈ ਦੇਸ਼ ਸੇਵਾ ਲਈ, ਇੱਕ ਲੜਾਈ ਦੇਸ਼ ਨੂੰ ਚੰਗਾ ਬਣਾਉਣ ਵਾਸਤੇ, ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਉਹ ਲੜਾਈਆਂ ਲੜਨੀਆਂ। ਆਹ ਦੇਖ ਲਓ, ਆਹ ਸਾਦ ਮੁਰਾਦੇ ਜੇ ਘਰ ਨੇ, ਲੈਂਟਰ ਵੀ ਨਹੀਂ ਪਿਆ, ਕੜੀ ਬਾਲੇ ਵਾਲੀਆਂ ਛੱਤਾਂ ਨੇ, ਤੇ ਸਰਕਾਰਾਂ ਨਾਲ ਮੱਥੇ ਲਾਏ ਹੋਏ। ਇਹ ਮੱਥੇ ਜਿਹੜੇ ਲੱਗੇ, ਇਹ ਕੋਈ ਸੌਖੇ ਨਹੀਂ ਲੱਗੇ। ਸਤਿ ਸ਼੍ਰੀ ਅਕਾਲ ਭੈਣੇ, ਕੀ ਨਾਮ? ਸੁਖਵੀਰ ਕੌਰ। ਕਿਹੜੀ ਕਲਾਸ 'ਚ ਪੜ੍ਹਦੀ ਹੋ? ਮੈਂ 10th ਕਰਕੇ ਹਟ ਗਈ ਘਰੇ। ਅੱਛਾ। ਹਾਂਜੀ ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ। ਹਾਂਜੀ। ਦਾਦਾ ਜੀ ਨਾਲ ਕਿੰਨਾ ਕੁ ਮੋਹ ਸੀ ਤੇਰਾ? ਬਸ ਜੀ ਐ ਮੰਨ ਲਓ ਜਿਵੇਂ ਮੇਰੀ ਮਾਂ ਸੀ, ਮਾਂ ਦੇ ਬਰੋਬਰ ਹੀ, ਮਾਂ ਦੀ ਥਾਂ ਸੀ। ਤੇਰਾ ਦਾ ਬਾਪੂ ਨਹੀਂ ਸੀ ਉਹ? ਨਾ ਜੀ, ਬਾਪੂ ਨਹੀਂ ਸੀ, ਮਾਂ ਸੀਗੀ। ਵੀ ਮਤਲਬ ਕਿ ਹੁਣ ਜੋ ਤੇਰੇ ਦਿਲ ਦੀ ਗੱਲ ਹੈ, ਜੋ ਤੇਰੀ ਗੱਲ ਹੈ ਸਾਰੇ। ਨਹੀਂ, ਹੁਣ ਤੱਕ ਬਸ ਉਹਨਾਂ ਨੇ ਪਾਲਿਆ। ਇੰਨਾ ਮਾਂ ਦਾ ਨਹੀਂ ਮੋਹ ਸੀ ਜਿੰਨਾ ਬਾਪੂ ਨਾਲ ਸੀਗਾ। ਅਸੀਂ ਸ਼ੁਰੂ ਤੋਂ ਹੀ ਜਦੋਂ ਦਾ ਮੂੰਹ ਚੋਂ ਬੋਲ ਨਿਕਲਿਆ ਬਾਪੂ ਨਹੀਂ, ਬਾਪੂ ਜੀ ਕਹਿੰਦੇ ਹੁੰਦੇ ਸੀ। ਇੰਨਾ ਮੋਹ ਸੀ ਮਤਲਬ ਕਿ ਵੀ ਹੱਦੋਂ ਵੱਧ। ਇੰਨੀ ਮਾਂ ਨਹੀਂ ਯਾਦ ਆਉਂਦੀ ਜਿੰਨਾ ਬਾਪੂ ਯਾਦ ਆਉਂਦਾ ਗਾ। ਹਾਂ, ਤੁਹਾਡੀ ਮੰਮੀ ਦੇ ਡੈਥ ਤੋਂ ਬਾਅਦ ਬਾਪੂ ਜੀ ਨਾਲ ਪਿਆਰ ਤੁਹਾਡਾ? ਹਾਂਜੀ, ਪਹਿਲੇ ਦਿਨ ਤੋਂ ਹੀ ਬਹੁਤ ਪਿਆਰ ਸੀ। ਮੇਰੀ ਮੰਮੀ ਨੂੰ ਹੋ ਗਏ 9 ਸਾਲ ਹੋ ਗਏ ਡੈਥ ਨੂੰ, ਤੇ ਬਾਪੂ ਵੀ ਨੂੰ ਤਾਂ ਐਂ ਲੱਗਦਾ ਵੀ ਕਿਤੇ ਨਾ ਕਿਤੇ ਤਾਂ ਆਊਗਾ ਹੀ। ਹਾਏ ਹਾਏ। ਵੀ ਮਤਲਬ ਕਿ ਹੁਣ ਤੱਕ ਜਿੰਨੀ ਪੜ੍ਹਾਈ ਕੀਤੀ ਆ ਉਹਦੇ ਸਿਰ ਤੇ ਕੀਤੀ ਆ। ਤੁਰ ਕੇ ਜਾਂਦੇ ਸਾਈਕਲਾਂ ਤੇ, ਕਿਵੇਂ ਮਰਜੀ, ਹਰ ਇੱਕ ਸੁਪਨਾ, ਹਰ ਇੱਕ ਰੀਝ ਪਗਾਉਂਦਾ ਸਾਡੀ। ਕੋਈ ਗੱਲ ਯਾਦ ਆਉਂਦੀ ਹੈ ਬਾਪੂ ਜੀ ਦੀ? ਗੱਲਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਜੀ। ਇੰਨਾ ਹੀ ਮੇਰੀ ਵੀ ਮਤਲਬ ਕਿ ਮਾਂ ਨਹੀਂ ਸੁਪਨੇ ਚ ਆਉਂਦੀ ਜਿੰਨਾ ਬਾਪੂ ਹੁੰਦਾ ਗਾ ਜੀ। ਬਾਪੂ ਨਾਲ ਹੱਦੋਂ ਵੱਧ ਪਿਆਰ ਸੀਗਾ। ਕੀ ਕਹਿ ਕੇ ਬੁਲਾਉਂਦਾ ਸੀ ਤੈਨੂੰ? ਮੈਨੂੰ ਸੁੱਖੇ ਕਹਿ ਕੇ ਬੁਲਾਉਂਦਾ ਹੁੰਦਾ ਕਹਿ ਸੀ। ਕੇ ਬੁਲਾਉਂਦਾ? ਹਾਂਜੀ। ਹੁਣ ਯਾਦ ਆਉਂਦਾ ਵੀ ਉਹ ਆਵਾਜ਼ ਹੁਣ ਸੁਣਨ ਨੂੰ ਨਹੀਂ ਮਿਲਦੀ? ਹਾਂਜੀ, ਤੜਕੀ ਮਤਲਬ ਕਿ ਜਦੋਂ ਠਾਉਂਦਾ ਕਹਿੰਦਾ ਸੁੱਖੇ ਉੱਠ ਖੜ, ਹੁਣ ਤੜਕੀ ਉਹ ਬੋਲ ਯਾਦ ਆਉਂਦੇ ਨੇ ਵੀ ਹੁਣ ਕਿੱਦਾਂ ਨਹੀਂ ਕਦੇ ਵੱਜਣੇ। ਹੁਣ ਇਸ ਬੱਚੀ ਦੇ ਦਰਦ ਨੂੰ ਆਪਾਂ ਕਿਵੇਂ ਵੰਡਾਈ ਸਕਦੇ ਹਾਂ? ਇਸ ਦੀਆਂ ਅੱਖਾਂ ਦੇ ਜਿਹੜੇ ਅਥਰੂ ਨੇ ਰੋ ਰੋ ਕੇ ਸੁੱਕ ਜਾਂਦੇ ਆ, ਕਿਉਂਕਿ ਆਪਾਂ ਮਨੁੱਖ ਹਾਂ, ਆਪਾਂ ਇਨਸਾਨ ਹਾਂ, ਬੰਦੇ ਹਾਂ ਆਪਾਂ। ਕੁਦਰਤ ਬਲਵਾਨ ਹੁੰਦੀ ਹੈ, ਸਮਾਂ ਬਲਵਾਨ ਹੁੰਦਾ ਹੈ, ਪਰ ਸਮਾਂ ਉਹੀ ਚੰਗਾ ਜਿਸ ਦੇ ਵਿੱਚ ਦੁੱਖ ਦਰਦ ਵੰਡਾ ਲਿਆ ਜਾਵੇ। ਪਰ ਸਰਕਾਰਾਂ ਨੂੰ ਇਹ ਸਵਾਲ ਹੈ ਕਿ ਸਰਕਾਰਾਂ ਇੱਦਾਂ ਦਾ ਕਰਦੀਆਂ ਹੀ ਕਿਉਂ ਨੇ ਕਿ ਸਾਡੇ ਕੋਲੋਂ ਇੱਦਾਂ ਦੇ ਹੀਰੇ ਇਨਸਾਨ ਚਲੇ ਜਾਣ। ਉਹ ਬਜ਼ੁਰਗ ਜਿਸ ਨੂੰ ਉਸ ਦੇ ਪੋਤਾ ਪੋਤੀ ਆਪਣੀ ਮਾਂ ਦੀ ਥਾਵੇਂ ਰੱਖ ਕੇ ਵੇਖਦੇ ਹੋਣ, ਕਿੰਨਾ ਪਿਆਰਾ ਸੁਭਾਅ ਹੋਏਗਾ ਉਸ ਬੰਦੇ ਦਾ। ਜ਼ਿੰਮੇਵਾਰੀ ਨਾਲ ਕਿੰਨਾ ਪਰਨਾਇਆ ਹੋਏਗਾ ਉਹ ਇਨਸਾਨ ਜਿਹੜਾ ਆਪਣੇ ਪੋਤਾ ਪੋਤੀਆਂ ਨੂੰ ਇਸ ਕਦਰ ਪਿਆਰ ਕਰਦਾ ਹੋਵੇ ਕਿ ਉਹਨਾਂ ਨੂੰ ਮਾਂ ਦੀ ਘਾਟ ਨਾ ਆਵੇ ਜਾਂ ਉਹ ਯਾਦ ਨਾ ਆਵੇ। ਪਰ ਸਾਡੀਆਂ ਸਰਕਾਰਾਂ ਕੀ ਕਰਦੀਆਂ ਨੇ? ਸਰਕਾਰਾਂ ਅਸਲ ਦੇ ਵਿੱਚ ਮਾਂ ਹੁੰਦੀਆਂ ਨੇ, ਪਰ ਇਹ ਮਾਂ ਦਾ ਫਰਜ਼ ਅਦਾ ਨਹੀਂ ਕਰਦੀਆਂ। ਡੰਡੇ ਵਾਲਾ ਰੋਲ ਜਿਹੜਾ ਹੈ ਉਹ ਅਦਾ ਕਰਦੀਆਂ ਨੇ। ਉਹਦੇ ਜੜੀ ਨਾਲ ਜਾਂਦਾ ਉਹਨੂੰ ਧਰਨੇ ਤੇ, ਦਿੱਲੀ ਕਹਿੰਦਾ ਮੈਂ ਦਿੱਲੀ ਵਗ ਜਾ। ਕਹਿ ਦਿੰਦੇ ਸੀ ਕਿ ਬਾਪੂ ਤੂੰ ਬਿਮਾਰ ਹੋ ਜਾਏਗਾ। ਕਹਿੰਦਾ ਮੈਨੂੰ ਕੀ ਹੋਣਾਗਾ, ਬਿਮਾਰ ਨੂੰ ਕੀ ਹੋਣਾ, ਘਰੇ ਕਿਹੜਾ ਹੋ ਨਹੀਂ ਸਕਦਾ ਹੈਗਾ।
ਅੱਛਾ, ਵੀ ਜੇ ਧਰਨੇ ਤੇ ਜਾਊਂਗਾ ਉੱਥੇ ਵੀ ਹੋ ਸਕਦਾ, ਘਰੇ ਵੀ ਹੋ ਸਕਦਾ ਬੈਠਾ ਬੈਠਾ। ਕਹਿੰਦਾ ਘਰੇ ਵੀ ਹੋ ਸਕਦਾ, ਬਾਹਰ ਵੀ ਹੋ ਸਕਦਾ। ਤੁਸੀਂ ਕਦੇ ਪੁੱਛਿਆ ਸੀ ਪੁੱਤ ਵੀ ਤੁਸੀਂ ਬਾਪੂ ਜੀ ਕਿਉਂ ਜਾਂਦੇ ਹੋ ਧਰਨਿਆਂ ਤੇ, ਇਹ ਤੋਂ ਕੀ ਖੱਟਦੇ ਆ, ਕੀ ਮਿਲਦਾ? ਹਾਂਜੀ, ਬਹੁਤ ਕਹਿੰਦੇ ਨੇ ਵੀ ਘਰੇ ਰਹਿ ਤੂੰ ਕੀ ਕਰਨਾ, ਕਹਿੰਦਾ ਨਾ ਧੱਕੇ ਨਾਲ ਜਾਂਦਾ। ਜੇ ਅਸੀਂ ਕਹਿ ਦਿੰਦੇ ਬਾਪੂ ਅਸੀਂ ਨਹੀਂ ਤੈਨੂੰ ਜਾਣ ਦਿੰਦੇ, ਫਿਰ ਵੀ ਸੋਨੂੰ ਨਹੀਂ ਪਤਾ ਧਰਨੇ ਦਾ, ਮੈਨੂੰ ਪਤਾਗਾ ਫਲਾਨਾ ਦੇ ਬਸ ਕਹਿ ਕੇ ਬਾਗੀ ਜਾਂਦਾ ਹੁੰਦਾ ਸੀਗਾ। ਅਸੀਂ ਬਹੁਤ ਜ਼ੋਰ ਲਾਉਂਦੇ ਵੀ ਤੇਰਾ ਸਰੀਰ ਬਜ਼ੁਰਗ ਹੈਗਾ, ਵੀ ਤੈਨੂੰ ਔਖਾ ਹੋਊਗਾ ਬੈਠਣਾ ਖੜਨਾ। ਕਹਿੰਦਾ ਕੋਈ ਗੱਲ ਨਹੀਂ, ਕਹਿੰਦਾ ਮੈਂ ਆਪੇ ਦੇਖ ਲੂੰਗਾ। ਪਰ ਲੋਕਾਂ ਦੀ ਭਲਾਈ ਦਾ ਉਹਨੂੰ ਸ਼ੌਕ ਉਹਨੂੰ ਸੀਗਾ। ਮੌਤ ਦਾ ਡਰ ਨਹੀਂ ਸੀਗਾ, ਬਸ ਵੀ ਆਪਦੀ ਜਾਨ ਹਥੇਲੀ ਤੇ ਰੱਖ ਰੱਖੀ ਸੀਗੀ। ਇਹਨਾਂ ਲੋਕਾਂ ਤੋਂ ਹੀ ਸਰਕਾਰਾਂ ਨੂੰ ਡਰ ਲੱਗਦਾ ਹੁੰਦਾ, ਜਿਨ੍ਹਾਂ ਨੂੰ ਜਿਹੜੇ ਮੌਤ ਤੋਂ ਨਹੀਂ ਡਰਦੇ, ਸਰਕਾਰਾਂ ਉਹਨਾਂ ਤੋਂ ਡਰਦੀਆਂ ਨੇ ਕਿ ਨਹੀਂ ਬੀਬੀ? ਜਿਹੜਾਂ ਵੀ ਕੱਟੀਆਂ ਨੇ ਉਹ ਪੱਕੇ ਵਰਕਰ ਸੀਗੇ, ਸਾਡੇ ਕੋਈ ਇਹੋ ਜਿਹੀ ਗੱਲ ਨਹੀਂ ਸੀ। ਜਿੱਦੇ ਨਾ ਜਾਂਦੇ ਨਾ ਕਹਿ ਦਿੰਦਾ ਮੇਰਾ ਜੀ ਨਹੀਂ ਲੱਗਦਾ ਬੀਬਾ ਜੇ ਮੈਂ ਨਾ ਜਾਵਾਂ ਧਰਨੇ ਤੇ, ਸਾਡੇ ਨਾਲ ਜਾਂਦਾ। ਇੱਕ ਦੋ ਵੇਲੇ ਬਿਮਾਰ ਵੀ ਹੋਇਆ, ਉੱਥੇ ਜਾ ਕੇ ਵੀ ਅਸੀਂ ਸਾਂਭ ਲੈਣਾ ਉਦੋਂ ਹੀ, ਤੇ ਕਹਿ ਦਿੰਦਾ ਨਾ ਦੂਜੇ ਦਿਨ ਫੇਰ ਤਿਆਰ ਰਹਿਣਾ। ਬੀਬੀ ਬਾਰਡਰ ਤੇ ਵੀ ਤੁਹਾਡੇ ਨਾਲ ਗਏ ਸੀ, ਟਿਕਰੀ ਬਾਰਡਰ ਤੇ? ਫੇਰ ਜਾਂਦੇ ਹਾਂ, ਪਿੰਡ ਦੇ ਜਥਿਆਂ ਨਾਲ? ਹਾਂ ਨਾਲ ਗਏ ਨੇ। ਜਿੱਥੇ ਉੱਥੇ ਬਥੇਰੇ ਝੱਖੜ ਝੋਲੇ, ਬਥੇਰੇ ਮੀਂਹ ਨੇਰੀਆਂ ਢਾਏ ਨੇ। ਜਦੋਂ ਸਾਡੇ ਤੰਬੂਆਂ ਦੇ ਵਿੱਚ ਦੇਖੋ ਪਾਣੀ ਵੜ ਜਾਂਦਾ, ਅਸੀਂ ਐਂ ਬਹਿ ਜਾਂਦੇ, ਸਮਾਨ ਕੋਈ ਤਾਹਾਂ ਕੋਈ ਢਾਹਾਂ ਧਰਦੇ, ਬੇਕਾਰ ਹੋ ਜਾਂਦਾ। ਫਿਰ ਵੀ ਅਸੀਂ ਡਿੱਕਾ ਨਹੀਂ ਮੰਨਿਆ ਇਹ ਚੀਜ਼ ਦਾ। ਅਸੀਂ ਇੰਨਾ ਦਿੱਲੀ ਦੇ ਵਿੱਚ ਤਾਂ ਨਾ ਅਸੀਂ ਇੰਨਾ ਦੇਖ ਲੈ, ਆ ਬੈਠੇ ਨੇ ਸਾਡੇ ਸਰਪੰਚ, ਪੁੱਛ ਲੈ ਇਹਨਾਂ ਨੂੰ, ਵੱਧ ਤੋਂ ਵੱਧ ਯੋਗਦਾਨ ਅਸੀਂ ਪਾਇਆ। ਅਸੀਂ ਇੱਕ ਦਿਨ ਵੀ ਨਹੀਂ ਕਦੇ ਹੋਰ ਅਟਕੇ। ਬੀਬੀ ਆ ਜਿਹੜਾ ਆਪਾਂ ਸੰਘਰਸ਼ ਲੜਿਆ, ਮੈਂ ਇਹ ਸਵਾਲ ਤੁਹਾਨੂੰ ਤਾਂ ਪੁੱਛ ਰਿਹਾ, ਪਹਿਲਾਂ ਸਾਡੀਆਂ ਬੀਬੀਆਂ 'ਚ ਇੰਨੀ ਜਾਗਰਤੀ ਨਹੀਂ ਸੀ। ਬੀਬੀਆਂ ਇਹ ਕਹਿੰਦੀਆਂ ਸੀ ਭਾਈ ਇਹ ਤਾਂ ਬੰਦਿਆਂ ਦੇ ਕੰਮ ਨੇ। ਤੁਹਾਨੂੰ ਲੱਗਦਾ ਵੀ ਕੁਝ ਬਦਲਾਅ ਆਊਗਾ ਜੇ ਮਾੜਾ ਮਾੜਾ ਚਾਨਣ ਦੀ ਛਿੱਟ ਵੰਡੀ ਜਾਵੇ ਤਾਂ ਵੀ ਸਾਰੇ ਜਾਗਰਤ ਹੋਣਗੇ? ਹੋਣਗੇ ਕਿਉਂ ਨਹੀਂ, ਜਦੋਂ ਆਪਾਂ ਇੰਨਾ ਯੋਗਦਾਨ ਪਾ ਰਹੇ ਹਾਂ ਹੋਊ ਜ਼ਰੂਰ। ਇਹੀ ਜਿਹੀ ਕੀ ਗੱਲ ਹੈ, ਬਦਲਾਅ ਤਾਂ ਹੁੰਦੇ ਹੀ ਆਏ ਹੈ। ਸਰਕਾਰਾਂ ਵੀ ਬਦਲ ਜਾਂਦੀਆਂ ਨੇ 5 ਸਾਲਾਂ ਬਾਅਦ, ਬਿਲਕੁਲ ਆਪਣਾ ਵੀ ਕਦੇ ਬਦਲੂਗਾ ਟਾਈਮ। ਇਹੀ ਜਿਹੀ ਕਿਹੜੀ ਗੱਲ ਵੀ ਨਾ ਬਦਲੇ। ਲੋਕ ਰਾਜ ਦੀ ਉਮੀਦ ਹੈਗੀ ਹੈ। ਸੁਣ ਤਾਂ ਆਪ ਹੀ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਮੈਂ ਤਾਂ ਅਨਪੜ੍ਹ ਹਾਂ। ਨਹੀਂ, ਤੁਹਾਡੇ ਕੋਲੇ ਜ਼ਿੰਦਗੀ ਦਾ ਤਜਰਬਾ ਹੈ ਜੀ, ਤੁਹਾਡੇ ਕੋਲੇ ਤੁਸੀਂ ਜ਼ਿੰਦਗੀ ਦੀ ਪੜ੍ਹਾਈ ਪੜ੍ਹੀ ਐ, ਅਸੀਂ ਕਿਤਾਬਾਂ ਪੜ੍ਹੀਆਂ ਹੋਣਗੀਆਂ। ਆਪਾਂ ਤਾਂ ਦੇਖੋ ਵੀ ਹਰੇਕ ਭਲਾਈ ਵਾਸਤੇ ਚਾਹੇ ਆਪਦੀ ਜ਼ਿੰਦਗੀ ਲੱਗ ਜੇ, ਆਪਾਂ ਨੂੰ ਕੋਈ ਪਰਵਾਹ ਨਹੀਂ, ਪਰ ਭਲਾਈ ਹੋਵੇ ਭੈਣ ਭਾਈ ਦੀ, ਸਭ ਦੀ ਹੋਈ, ਮੌਤ ਦਾ ਡਰ ਖਤਮ ਹੈ। ਖਤਮ, ਅਸੀਂ ਕੋਈ ਡਰੇ ਨਹੀਂ। ਅਥਰੂ ਗੈਸ ਵੀ ਸਾਰਾ ਕੁਝ ਕਹਿ ਦਿੰਦੇ, ਇੱਥੇ ਤਾਂ ਜੀ ਕਲਫੂ ਲੱਗੂ, ਇੱਥੇ ਗੋਲੀ ਚੱਲੂ, 26 ਜਨਵਰੀ ਨੂੰ ਸਾਰਾ ਕੁਝ ਅਸੀਂ ਦੇਖਿਆ ਹੈ। ਪਰ ਅਸੀਂ ਆਖਿਆ ਕੁਝ ਵੀ ਬਣ ਜੇ ਉਰੇ ਅਸੀਂ ਨਹੀਂ ਜਾਣਾ। ਮਾਤਾ, ਸਰਕਾਰਾਂ ਨੂੰ ਜਮੀ ਮਤਲਬ ਮੈਂ ਉਹ ਸ਼ਬਦ ਵਰਤਦਾ ਵੀ ਸ਼ਰਮ ਨਹੀਂ ਆਈ ਹੈਗੀ? ਬੀਬੀਆਂ, ਬਜ਼ੁਰਗ ਮਾਤਾਵਾਂ, ਤੁਹਾਡੇ ਤੇ ਪਾਣੀ ਦੀਆਂ ਬਾਛੜਾਂ ਵੀ ਮਾਰੀਆਂ ਇਹਨਾਂ ਨੇ। ਮਾਰੀਆਂ ਨੇ, ਸਭ ਕੁਝ ਬਣਿਆ, ਸਾਰਾ ਕੁਝ ਹੰਡਾਇਆ ਆਪਦੇ ਉਸਤੇ। ਜਿੱਦੇ 26 ਜਨਵਰੀ ਤੋਂ ਚੱਲਿਆ ਨਾ, ਸਾਰਾ 26 ਨਵੰਬਰ ਨੂੰ ਚੱਲੇ ਸੀਗੇ ਆਪਾਂ, ਚੱਲੇ ਸੀ, ਸਾਰਾ ਕੁਝ ਹੰਡਾਇਆ ਆਪਦੇ ਉਸਤੇ। ਜਿਹੜੇ ਅਸੀਂ ਪਹਿਲੇ ਦਿਨ ਚੱਲੇ, ਹਾਂਜੀ, ਤੇ ਅਥਰੂ ਗੈਸ ਵੀ ਸਿੱਟੇ ਨੇ ਬਥੇਰਾ, ਤੇਰੇ ਵਰਗਿਆਂ ਨੇ ਮੁੰਡਿਆਂ ਨੇ ਸਮਝਾਏ, ਬੋਚੇ ਨੇ ਆਪਦੇ ਕੱਪੜਿਆਂ ਨਾਲ, ਜਿਹਨੇ ਸਾਰਾ ਕੁਝ ਹੀ ਦੇਖਿਆ ਆਪਦੀ ਅੱਖਾਂ ਨਾਲ। ਹੁਣ ਤੈਨੂੰ ਮੈਂ ਦੱਸਾਂ, ਇਹ ਬੜਾ ਮਹੱਤਵਪੂਰਨ ਸਵਾਲ ਵੀ ਹੈ, ਔਰ ਇਹ ਬਹੁਤ ਜਣੀ ਪੱਕੇ ਵਰਕਰ ਸੀਗੇ। ਇਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਨੇ, ਪਰ ਇਹ ਇੱਕ ਦਿਨ ਵੀ ਧਰਨੇ ਤੋਂ ਵੀ ਨਹੀਂ ਅਟਕੇ, ਚਾਹੇ ਕਿੰਨੇ ਵੀ ਇਹ ਢਿੱਲੇ ਮੱਠੇ ਹੁੰਦੇ ਤਾਂ ਵੀ ਜਾਂਦੇ। ਇਹਨਾਂ ਦਾ ਇੰਨਾ ਅਸੀਂ ਇਹੀ ਕਹਿੰਦੇ ਆ ਵੀ ਜਿਹੜਾ ਇਹ ਗਰੀਬ ਪਰਿਵਾਰ ਹੈ, ਇਹਨੂੰ ਵੀ ਸਰਕਾਰ ਨੇ ਜ਼ਰੂਰ ਥੋੜੀ ਬਾਹਲੀ ਸਹਾਇਤਾ ਕਰਨੀ ਚਾਹੀਦੀ ਹੈ। ਇਹ ਸਾਡੀ ਜਣੀ ਹੋ ਹੈ। ਮੈਂ ਇੱਥੇ ਮੇਰੇ ਪਿਆਰੇ ਦਰਸ਼ਕਾਂ ਨੂੰ ਜ਼ਰੂਰ ਇਹ ਨਾ ਜਿਹੜੀ ਵਾਰ-ਵਾਰ ਸਹਾਇਤਾ ਦੀ ਗੱਲ ਆਉਂਦੀ ਹੈ, ਦੇਖੋ ਇਹਨਾਂ ਦੀ ਵੈਸੇ ਮੈਂ ਦੱਸ ਦਿੰਦਾ, ਜਥੇਬੰਦੀ ਜਿਹੜੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ, ਇਹਨਾਂ ਨੇ ਤਾਂ ਸਾਫ਼ ਹੀ ਕਿਹਾ ਕਿ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ, ਕਿ ਆਪਣੇ ਹੱਕ ਆਪ ਹੀ ਸਾਨੂੰ ਲੈਣੇ ਪੈਣਗੇ, ਔਰ ਹੱਕ ਲੈਣ ਲਈ ਹਮੇਸ਼ਾ ਤੁਹਾਨੂੰ ਸੰਘਰਸ਼ ਕਰਨਾ ਪੈਂਦਾ। ਮੈਂ ਪਿਆਰੇ ਦਰਸ਼ਕਾਂ ਦੇ ਅੱਗੇ ਇਹ ਜ਼ਰੂਰ ਗੁਜ਼ਾਰਿਸ਼ ਕਰਦਾ ਕਿ ਜਿਹੜਾ ਵੀ ਕੋਈ ਲੋੜਵੰਦ ਕਿਸਾਨ ਜਾਂ ਮਜ਼ਦੂਰ ਇਸ ਮਹਾਨ ਸੰਘਰਸ਼ ਦਾ ਹੈ, ਉਸ ਵੱਲ ਸਵੱਲੀ ਨਜ਼ਰ ਕਰਨੀ ਵੀ ਸਾਡਾ ਫਰਜ਼ ਬਣਦਾ। ਸੋ ਇਹ ਮੇਰੇ ਪਿਆਰੇ ਦਰਸ਼ਕਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਇੱਦਾਂ ਦੇ ਸ਼ਹੀਦ ਜੱਗਰ ਸਿੰਘ ਵਰਗੇ ਕਿਸਾਨ, ਆਪਾਂ ਇਹਨਾਂ ਦੀ ਬਾਂਹ ਫੜਨ ਦਾ ਯਤਨ ਕਰੀਏ, ਕੋਸ਼ਿਸ਼ ਕਰੀਏ, ਤਾਂ ਜੋ ਜਿਹੜੀ ਰਹਿੰਦੀ ਲੜਾਈ ਹੈ
ਸਿਸਟਮ ਨੂੰ ਬਦਲਣ ਦੀ ਜਾਂ ਚੰਗਾ ਸਮਾਜ ਸਿਰਜਣ ਦੀ, ਉਸ ਲੜਾਈ ਦਾ ਜੋਸ਼ ਜਿਹੜਾ ਹੈ ਉਹ ਢਿੱਲਾ ਨਾ ਪਵੇ, ਉਹ ਮੱਠਾ ਨਾ ਪਵੇ। ਸੁਰਜੀਤ ਪਾਤਰ ਨੇ ਲਿਖਿਆ ਸੀ, ਤਗਮਿਆਂ ਦੀ ਥਾਂ ਹਿੱਕ ਦੇ ਵਿੱਚ ਗੋਲੀਆਂ, ਸਨਮਾਨ ਦਾ ਇਹ ਵੀ ਨਵਾਂ ਅੰਦਾਜ਼ ਹੈ। ਕਿੱਥੇ ਤਾਂ ਦੇਸ਼ ਦੇ ਨਾਗਰਿਕਾਂ ਨੂੰ ਸਰਕਾਰਾਂ ਨੂੰ ਤਗਮੇ ਦੇਣੇ ਚਾਹੀਦੇ ਆ, ਪਰ ਸਨਮਾਨ ਕਿੱਦਾਂ ਕਰਦੀਆਂ ਨੇ ਕਿ ਤੁਹਾਡੀ ਹਿੱਕ 'ਚ ਗੋਲੀ ਮਾਰੀ, ਉਸੇ ਨੂੰ ਤਗਮਾ ਸਮਝੋ, ਇਹ ਸਨਮਾਨ ਹੈ। ਇੱਕੋ ਬੰਦਾ, ਜਿਹੜਾ ਬੰਦਾ ਦੇਸ਼ ਸੇਵਾ ਲਈ ਫੌਜ ਦੇ ਵਿੱਚ ਰਹਿ ਕੇ ਆਇਆ ਹੋਵੇ ਤੇ ਫਿਰ ਲੋਕ ਸੇਵਾ ਦੇ ਲਈ ਲੋਕ ਘੋਲਾਂ ਨਾਲ ਜੁੜ ਕੇ ਚੇਤਨਤਾ ਪੈਦਾ ਕਰਦਾ ਹੋਵੇ, ਜਾਗਰਤੀ ਪੈਦਾ ਕਰਦਾ ਹੋਵੇ, ਪਰ ਉਹੀ ਚੇਤਨਤਾ, ਉਹੀ ਜਾਗਰਤੀ ਪੈਦਾ ਕਰਦਾ ਇਸ ਇਤਿਹਾਸਕ ਕਿਸਾਨ ਘੋਲ ਦੇ ਵਿੱਚ ਸਭ ਤੋਂ ਵੱਡਾ ਬਲੀਦਾਨ ਆਪਣੀ ਜਾਨ ਦੇ ਕੇ ਪੂਰਾ ਕਰਦਾ। ਸ਼ਹੀਦ ਜੱਗਰ ਸਿੰਘ ਹੋਰਾਂ ਦੀ ਸ਼ਹਾਦਤ ਦੀ ਬਾਤ ਪਾ ਰਹੇ ਹਾਂ। ਪਿੰਡ ਦੇ ਸੱਜਣ ਬੈਠੇ ਆ, ਪਰਿਵਾਰਕ ਮੈਂਬਰ ਬੈਠੇ ਆ। ਦੁੱਖ ਨੂੰ ਸਿਰਫ ਵੰਡਾ ਹੀ ਸਕਦੇ ਆ, ਘਟਾ ਨਹੀਂ ਸਕਦੇ ਹੁੰਦੇ, ਕਿਉਂਕਿ ਜਿਸ ਤਨ ਲਾਗੇ ਸੋ ਤਨ ਜਾਣੇ, ਜਿੱਤੇ ਪਈ ਹੁੰਦੀ ਹੈ ਉਸ ਦੁੱਖ ਨੂੰ ਉਹੀ ਮਹਿਸੂਸ ਕਰ ਸਕਦਾ ਹੈ। ਆਪਾਂ ਸ਼ਹਾਦਤਾਂ ਦੇ ਸਫ਼ਰ ਦੇ ਰਾਹੀਂ ਉਸ ਦੁੱਖ ਨੂੰ ਵੰਡਾ ਰਹੇ ਹਾਂ, ਵੰਡਾਉਣ ਦਾ ਯਤਨ ਕਰਦੇ ਹਾਂ। ਸਰਪੰਚ ਸਾਹਿਬ ਸਾਡੇ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰਪੰਚ ਸਾਹਿਬ, ਤੁਸੀਂ ਕਿਉਂਕਿ ਮੋਹਰੀ ਤੌਰ ਦੇ ਉੱਤੇ ਪਿੰਡ ਦੇ ਹਰੇਕ ਬੰਦੇ ਨੂੰ ਜਾਣਦੇ ਹੋਵੋਗੇ, ਹਰੇਕ ਪਰਿਵਾਰ ਨਾਲ ਵਿਚਰਨਾ ਜੀ ਜੀ। ਕਿੱਦਾਂ ਦੇ ਬਜ਼ੁਰਗ ਸੀਗੇ ਜੱਗਰ ਸਿੰਘ ਜੀ? ਸਭ ਤੋਂ ਪਹਿਲਾਂ ਤਾਂ ਜੀ ਮੈਂ ਤਾਈ ਦੇ ਜੋ ਸਾਨੂੰ ਦੱਸਦੇ ਰਹੇ ਨੇ ਪਿੰਡ ਜਾ ਕੇ, ਮੇਰੀ ਉਮਰ 46 ਕੁ ਸਾਲ ਦੀ ਹੈ ਜੀ। ਮੈਂ ਸਰਪੰਚ ਮੇਵਾ ਸਿੰਘ ਧਨੋਆ ਪਿੰਡ ਤੋਲਾਵਾਲ ਦਾ ਸੁਨਾਮ ਦਾ ਡਿਸਟ੍ਰਿਕਟ ਸੁਨਾਮ ਤਹਿਸੀਲ ਦਾ ਡਿਸਟ੍ਰਿਕਟ ਸਾਨੂੰ ਸੰਗਰੂਰ ਪੈਂਦਾ ਜੀ। ਹਾਂਜੀ। ਤੁਹਾਡੇ ਇਸ ਜਸ ਚੈਨਲ ਰਾਹੀਂ ਪ੍ਰਿੰਸ ਜੀ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਜੱਗਰ ਸਿੰਘ ਜੀ ਕਹੀ ਜੀ ਸ਼ਖਸੀਅਤ ਸੀ ਜੀ। ਸਾਨੂੰ ਦੱਸਦੇ ਘਰੇ ਜਦੋਂ ਜਾਂਦੇ, ਇਹ ਹੁਣ ਇਸ ਟਾਈਮ ਖੇਤ 'ਚ ਰਹਿੰਦੇ ਨੇ ਕਈ ਸਾਲਾਂ ਤੋਂ, ਵੀ ਆਰਮੀ ਦੇ ਵਿੱਚ ਕਿੰਨੀਆਂ ਜੰਗਾਂ ਲੜੀਆਂ, 65 ਦੀਆਂ ਜੰਗਾਂ, ਉਦੋਂ ਬਾਅਦ 62 ਦੀਆਂ, ਪਹਿਲਾਂ ਦੀਆਂ 62 ਦੀਆਂ ਜੰਗਾਂ, ਫਿਰ 65 ਦੀਆਂ ਜੰਗਾਂ ਲੜੀਆਂ। ਉਹਨਾਂ ਦੇ ਗ੍ਰੇਨੇਡ ਚੱਲਿਆ ਹੋਇਆ ਸੀਗਾ ਹੱਥ ਦੇ ਉੱਤੇ, ਗ੍ਰੇਨੇਡ ਨਾਲ 2 ਉਂਗਲਾਂ, ਤਾਂ ਹੀ 2 ਉਂਗਲਾਂ ਹਾਂ ਫ੍ਰੈਕਚਰ ਸੀਗੀਆਂ, ਪੇਟ ਦੇ ਵਿੱਚ ਵੀ ਉਸਦੇ ਛਰਲੇ ਵੱਜੇ ਹੋਏ ਸੀ। ਇਹ ਦੱਸਦੇ ਉਦੋਂ ਬਾਅਦ ਉਹ ਰਿਟਾਇਰਮੈਂਟ ਹੋ ਕੇ ਆਏ, ਜੰਗਾਂ ਲੜੀਆਂ, ਰਿਟਾਇਰਮੈਂਟ ਹੋਏ, ਆਪਦੀ ਗਰੀਬੀ ਦੇ ਵਿੱਚ ਇੱਕ ਪਰਿਵਾਰ ਸੰਭਾਲਿਆ। ਉਹਨਾਂ ਦੇ 4 ਬੇਟੇ ਸੀਗੇ, ਵੱਡਾ ਬੇਟਾ ਵਿਆਹਿਆ ਹੋਇਆ ਸੀਗਾ, ਉਸ ਨੂੰ ਜਿਹੜੀ ਸਾਡੀ ਭਰਜਾਈ ਸੀਗੀ ਵੱਡੇ ਬੇਟੇ ਦੀ ਵਾਈਫ, ਉਹਨੂੰ ਕਿਡਨੀ ਦਾ ਟਿਊਮਰ ਹੋ ਗਿਆ ਸੀਗਾ। ਕਈ ਸਾਲ ਉਹ ਸੰਘਰਸ਼ ਲੜਿਆ ਜੀ ਕੈਂਸਰ ਦੇ ਨਾਲ, ਉਹ ਲੜਾਈ ਹੈ ਨਾ, ਬਿਮਾਰੀ ਦੀ ਲੜਾਈ। ਪਹਿਲਾਂ ਫੌਜ ਦੀਆਂ ਲੜਾਈਆਂ ਲੜੀਆਂ, ਫਿਰ ਪਰਿਵਾਰਕ ਮੈਂਬਰਾਂ ਦੀ ਜਿਹੜੀ ਬਿਮਾਰੀ ਪੈ ਗਈ ਉਹ ਲੜਾਈ ਲੜੀ। ਉਸ ਤੋਂ ਬਾਅਦ ਫਿਰ ਉਦੋਂ ਛੋਟੇ ਬੱਚੇ ਨੂੰ ਇਹੀ ਬਿਮਾਰੀ ਆਈ। ਅੱਛਾ। ਹਾਂ, ਉਹ ਵੀ ਵਿਚਾਰਾ ਚਲਿਆ ਗਿਆ, ਵਾਹਿਗੁਰੂ। ਉਹਨੂੰ ਵੀ ਚੱਲਿਆ, ਉਹਨੇ ਸਰੀਰ ਤੇ ਹੰਡਾਇਆ। ਉਸ ਤੋਂ ਬਾਅਦ ਜਦੋਂ ਯੂਨੀਅਨ ਦਾ ਗਠਨ ਹੋਇਆ ਉਗਰਾਹਾਂ ਗਰੁੱਪ ਦਾ, ਉਹਦੇ ਵਿੱਚ ਮਤਲਬ ਜਿਹੜੀ ਆਪਾਂ ਮੈਂਬਰਸ਼ਿਪ ਕਹਿੰਦੇ ਆ ਜੀ, ਜਿਹੜੀ ਪਹਿਲੇ ਨੰਬਰ ਤੋਂ ਲੈ ਕੇ 100 ਨੰਬਰ ਵਾਲੀ ਪਰਚੀ ਹੁੰਦੀ ਹੈ, ਮੈਨੂੰ ਇਹ ਲੱਗਦਾ ਉਹਦੇ ਦੱਸਣ ਮੁਤਾਬਕ ਉਸੇ ਦੇ ਵਿੱਚੋਂ ਲੈ ਕੇ ਪਹਿਲੇ ਤੋਂ ਲੈ ਕੇ 99 ਤੱਕ ਉਹਦਾ ਪਰਚੀ ਦੇ ਵਿੱਚ ਨਾਂ ਹੋਣਾ ਸ਼ੁਰੂ, ਮਤਲਬ ਮੁੱਢਲੇ ਮੈਂਬਰਾਂ ਚੋਂ, ਮੁੱਢਲੇ ਮੈਂਬਰਾਂ ਚੋਂ, ਬੀਕੇਯੂ ਉਗਰਾਹਾਂ ਦੇ ਮੁੱਢਲੇ ਮੈਂਬਰ। ਬਿਲਕੁਲ ਜੀ, ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੀ ਬੈਠੇ ਨੇ, ਇਹਨਾਂ ਨੂੰ ਪਤਾ ਮੇਰੇ ਨੂੰ ਜ਼ਿਆਦਾ ਤਾਂ ਤਕਰੀਬਨ ਇਹ ਇੱਥੋਂ ਸੰਘਰਸ਼ ਸ਼ੁਰੂ ਹੋ ਗਿਆ। ਇੱਥੋਂ ਅੱਜ ਉਹ ਦਿਨਾਂ ਤੋਂ ਲੈ ਕੇ ਜਦੋਂ ਉਗਰਾਹਾਂ ਗਰੁੱਪ ਯੂਨੀਅਨ ਬਣੀ, ਲੋਕਾਂ ਦੇ ਹਿੱਤਾਂ ਖਾਤਰ ਸੰਘਰਸ਼ ਲੜਿਆ, ਜ਼ਮੀਨੀ ਖਾਤਰ, ਫਸਲਾਂ ਦੇ ਭਾਅ ਲੈਣ ਲਈ, ਜ਼ਿਮੀਂਦਾਰਾਂ ਨੂੰ, ਮਜ਼ਦੂਰਾਂ ਨੂੰ ਹੱਕ ਦਿਵਾਉਣ ਲਈ ਲੜਾਈਆਂ ਲੜੀਆਂ। ਉਸ ਤੋਂ ਬਾਅਦ ਅੱਜ ਜਿਹੜੇ ਆਪਾਂ ਦਿਨ, ਅੱਜ ਦੀ ਤਰੀਕ ਹੈ 29 ਤਰੀਕ ਹੈ ਅੱਜ ਪਹਿਲੇ ਮਹੀਨੇ ਦੀ 2022 ਦੀ, ਇਦੋਂ ਪਹਿਲਾਂ ਲੰਘ ਕੇ ਹਟਾ ਜਿਹੜਾ ਦਿੱਲੀ ਦਾ ਜਿਹੜੀਆਂ ਸਰਕਾਰਾਂ ਨੇ ਮਾੜੀਆਂ ਨੇ ਆਪਣੇ ਤੇ 3 ਕਾਨੂੰਨ ਥੋਪੇ ਸੀ ਵੀ ਆਪਦੀ ਮਰਜ਼ੀ ਨਾਲ ਜ਼ਮੀਨਾਂ ਖਰੀਦਾਂਗੇ, ਆਪਦੀ ਮਰਜ਼ੀ ਦੇ ਭਾਅ ਦੇਵਾਂਗੇ, ਜ਼ਿਮੀਂਦਾਰ ਜਾਂ ਮਜ਼ਦੂਰ ਭੁੱਖੇ ਮਰਨ ਜੋ ਵੀ ਹੋਵੇ ਜੀ, ਉਹਨਾਂ ਨੇ ਆਪਣੀ ਮਰਜ਼ੀ ਇੱਕ ਧਾਕ ਜਮਾਈ। ਉਹ ਸੰਘਰਸ਼ ਚੱਲਿਆ, ਬੀਕੇਯੂ ਉਗਰਾਹਾਂ, ਡਕੌਂਦਾ ਗਰੁੱਪ, ਸਿੱਧੂਪੁਰਾ ਗਰੁੱਪ, ਜਿੰਨੇ ਵੀ ਗਰੁੱਪ ਨੇ ਸਾਰੇ ਇੱਕੋ ਹੀ ਮਸਲਾ ਸੀਗਾ ਵੀ ਆਪਾਂ ਨੇ ਆਪਣਾ ਸੰਘਰਸ਼ ਜਿੱਤਣਾ ਜੀ। ਹਾਂ, ਸਾਰਿਆਂ ਦੇ ਸਤਿਕਾਰ ਕਰਦੇ ਹੋਏ ਉਹਦੇ ਵਿੱਚ ਲੜੀਵਾਰ ਜਿਹੜਾ ਉਹਨਾਂ ਦਾ ਰੋਲ ਸੀਗਾ, ਦਿੱਲੀ ਟਿੱਕਰੀ ਬਾਰਡਰ ਦਾ, ਲੜੀਵਾਰ ਉੱਤੇ ਜਾਣਾ ਆਉਣਾ, ਸਿਹਤ ਖਰਾਬ ਹੋ ਜਾਣੀ, ਘਰ ਦੇ ਬੱਚਿਆਂ ਦੀ, ਬੇਟੀਆਂ ਦੀ ਪਰਵਾਹ ਨਾ ਕਰਨੀ। ਉਹ ਬੇਟੀਆਂ ਮਾਂ ਦਾ ਰੂਪ ਜੀ ਦੇਖਦੀਆਂ ਸੀ ਉਹਨੂੰ, ਉਹਨੇ ਪਾਲੀਆਂ ਸੀਗੀਆਂ ਛੋਟੀਆਂ ਹੁੰਦੀਆਂ, ਪੜਾਉਣ ਵਾਸਤੇ ਤੋਰਨੀਆਂ। ਉਹ ਕਹਿੰਦੀਆਂ ਚਲੋ ਕੋਈ ਨਾ ਬੇਟਾ, ਇਹ ਲੜਾਈ ਆਪਣੇ ਹਿੱਤਾਂ ਦੀ ਹੈ, ਆਪਣੇ ਭਰਾਵਾਂ ਦੇ ਹਿੱਤਾਂ ਦੀ ਲੜਾਈ ਹੈ, ਵੀ ਇਹ ਤਾਂ ਆਪਾਂ ਨੂੰ ਰਲ ਮਿਲ ਕੇ ਸਾਰਿਆਂ ਨਾਲ ਕਿਸਾਨੀ ਸੰਘਰਸ਼ ਲੜਨਾ ਪੈਣਾ ਜੀ। ਇਹ ਕਹਿ ਕੇ ਚਲੋ ਜਾਂਦੇ ਆਉਂਦੇ
ਜਿਹੜਾ ਸੁਨਾਮ ਧਰਨਾ ਚੱਲਿਆ ਜੀ ਜਿੰਨਾ ਸਮਾਂ ਆਪਣਾ ਜੰਗ ਜਿੱਤੀ ਨਹੀਂ ਗਈ ਉਹਦੇ ਵਿੱਚ ਤਾਂ ਉਹਨਾਂ ਦੀ ਗੈਰ ਹਾਜ਼ਰੀ ਕੋਈ ਹੈ ਹੀ ਨਹੀਂ। ਮੈਂ ਲਗਾਤਾਰ ਹਾਜ਼ਰੀ ਸੀ। ਜੇ ਮਤਲਬ ਜੇ ਦਿੱਲੀ ਨਹੀਂ ਬੈਠੇ ਹੈਗੇ ਤਾਂ ਸੁਨਾਮ ਬੈਠਣਾ। ਸੁਨਾਮ ਬੈਠਣਾ। ਜਿੱਦੇ ਸਿਹਤ ਵਿਗੜ ਜਾਣੀ ਇੱਥੋਂ ਫੋਨ ਆਉਣੇ ਫਟਾਫਟ, ਆਪ ਵੀ ਭੱਜਣਾ ਜਿੰਨਾ ਜਾਇਆ ਜਾਣਾ, ਜਾਂ ਪਹੁੰਚੇ ਜਾਣਾ ਨਹੀਂ ਪਹੁੰਚਣਾ, ਪਤਾ ਜ਼ਰੂਰ ਲੱਗਣਾ ਵੀ ਅੱਜ ਤਾਇਆ ਜੀ ਦੀ ਸਿਹਤ ਵਿਗੜ ਗਈ ਤੇ ਉੱਥੇ ਉਹਨਾਂ ਨੇ ਜਿੰਨੇ ਆਪਣੇ ਨਾਲ ਸਾਥੀ ਉਹਨਾਂ ਨੇ ਸੰਭਾਲ ਲੈਣਾ। ਉਤੋਂ ਜਿਸ ਦਿਨ ਇਹ ਭਾਣਾ ਬਣਿਆ ਜਾਣੀ ਆਖਰੀ ਦਿਨ ਆਇਆ ਉਹਦੇ, ਉਤੋਂ ਸੁਨਾਮ ਤੋਂ ਆ ਕੇ ਮਤਲਬ ਘਰੇ ਸਿਹਤ ਵਿਗੜ ਗਈ। ਸਿਹਤ ਵਿਗੜੀ। ਸਵੇਰੇ ਮੇਰੇ ਕੋਲੇ ਆਪਣੇ ਲਵੇ ਬੈਠੇ ਨੇ ਵੀਰ ਜੀ, ਉਹਨਾਂ ਨੇ ਫੋਨ ਕੀਤਾ, ਕਹਿੰਦੇ ਸਰਪੰਚ ਸਾਹਿਬ ਤੁਸੀਂ ਆਓ ਵੀ ਤਾਇਆ ਜੀ ਦੀ ਸਿਹਤ ਵਿਗੜ ਗਈ। ਮੈਂ ਉਹਨੂੰ ਪੁੱਛਿਆ ਮੈਂ ਕਿਸੇ ਕਹੀ ਜੀ ਕੰਡੀਸ਼ਨ 'ਚ ਨੇ? ਕਹਿੰਦੇ ਵੀ ਕੰਡੀਸ਼ਨ ਨਾਲ ਹੀ ਹੋਇਆ, ਇੱਕ ਪਰਿਵਾਰ ਨੂੰ ਨਹੀਂ ਦੱਸਿਆ ਜਾਂਦਾ। ਵੀਰ ਜੀ ਨੇ ਬੱਗਾ ਸਿੰਘ ਨੇ ਮੈਨੂੰ ਫੋਨ ਕੀਤਾ। ਮੈਂ ਚਲੋ ਕੋਈ ਗੱਲ ਨਹੀਂ, ਆਪਦੇ ਮਨ ਨੂੰ ਦਿਲਾਸਾ ਦਿੱਤਾ, ਮੌਕਾ ਆਇਆ, ਚਲੋ ਅਸੀਂ ਉਸ ਲੇਟ ਹੋਏ ਹੋਰ ਬੰਦਿਆਂ ਨੂੰ ਕਹਿੰਦੇ ਪਹੁੰਚ ਗਏ ਤਾਂ ਉਹ ਸਰੀਰ ਡੈਮੇਜ ਸੀਗਾ ਬਿਲਕੁਲ, ਉਹਦੇ ਸਵਾਸ ਨਿਕਲ ਚੁੱਕੇ ਸੀ। ਇਹ ਉਹਨਾਂ ਦਾ ਜਿਹੜਾ ਇਤਿਹਾਸ ਹੈ ਜਿਹੜਾ ਮੈਂ ਦੁਹਰਾਇਆ ਹੈ, ਮੇਰੇ ਤੋਂ ਹੋਰ ਸੱਜਣ ਦੱਸਣਗੇ ਜਿੰਨਾ ਉਹਨਾਂ ਨੂੰ ਪਤਾ ਹੁੰਦਾ। ਮੇਰੇ ਸਰਪੰਚ ਸਾਹਿਬ ਮੇਰਾ ਤਾਂ ਮਸਲਾ ਇਹ ਹੈ ਕਿ ਇਹਦਾ ਮਤਲਬ ਤਾਂ ਇਹ ਇੱਕ ਹਾਕਮ ਦੀ ਜਾਂ ਹਾਕਮਾਂ ਦੀ ਜਾਂ ਜਿਹੜੇ ਉਹਨਾਂ ਦੇ ਜੋਟੀਦਾਰ ਨੇ ਜਿਹਨੂੰ ਆਪਾਂ ਸਰਮਾਏਦਾਰ ਜਾਂ ਕਾਰਪੋਰੇਟ ਘਰਾਣੇ ਕਹਿੰਦੇ ਇਹ ਉਹਨਾਂ ਦੀ ਜਿੱਦ ਨੇ 750 ਬਲੀਆਂ ਲਈਆਂ ਨੇ। ਮੈਂ ਉਹੀ ਕਹਿਣੀ ਚਾਹੁੰਦਾ ਸੀ, ਜਿਹੜੀਆਂ ਲੜਾਈਆਂ ਫੌਜ ਦੀਆਂ ਲੜੀਆਂ ਆਹ ਤੁਹਾਨੂੰ ਸਾਰੀ ਸੁਣਾਤੀ ਵੀ ਇਹ ਮਾੜੀਆਂ ਸਰਕਾਰਾਂ ਤੋਂ ਅਸੀਂ ਆਸ ਕੀ ਰੱਖਦੇ ਹਾਂ। ਤੁਹਾਡੇ ਚੈਨਲ ਰਾਹੀਂ ਮੈਂ ਉਸ ਸਰਕਾਰ ਦਾ ਖੰਡਨ ਕਰਦਾ ਮਾੜੀ ਦਾ, ਤੇ ਵੀ ਇਹਨਾਂ ਲੋਕਾਂ ਦੀ ਜਿਹੜੇ ਤਿੰਨ ਲੜਾਈਆਂ ਲੜ ਜਾਣ, ਇੱਕ ਲੜਾਈ ਤਾਂ ਲੜਦਾ ਬੰਦਾ ਜਿੱਤ ਸਕਦਾ, ਜਿਹੜੇ ਤਿੰਨੇ ਲੜਾਈਆਂ ਜਿੱਤਣ ਉਹਦਾ ਤਾਂ ਵੱਡਾ ਮਾਣ ਕਰਨ ਦਾ ਹੱਕ ਬਣਦਾ। ਬਿਲਕੁਲ ਪੰਜਾਬ ਸਰਕਾਰ ਜੋ ਵੀ ਇਲੈਕਸ਼ਨਾਂ ਨੇ ਬਣੂਗੀ ਜਾਂ ਜਿਹੜੀ ਸਰਕਾਰ ਇਸ ਚੈਨਲ ਨੂੰ ਸੁਣੂਗੀ, ਇਸ ਚੈਨਲ ਰਾਹੀਂ ਮੇਰੀ ਆਵਾਜ਼ ਨੂੰ, ਉਹਨੂੰ ਇਮੀਡੀਏਟਲੀ ਡੀਸੀਆਂ ਨੂੰ ਐਸਡੀਐਮ ਨੂੰ ਆਰਡਰ ਕਰਨੇ ਚਾਹੀਦੇ ਨੇ। ਉਹ ਘਰ ਦੀ ਸਥਿਤੀ ਲੈ ਕੇ ਕਿੰਨਾ ਮੁਆਵਜ਼ਾ ਬਣਦਾ ਵੱਧ ਤੋਂ ਵੱਧ ਉਹ ਦੇਣ ਦਾ ਜ਼ਰੂਰੀ ਹੱਕ ਬਣਦਾ ਹੈ। ਤੇ ਜਿਹੜੇ ਇੱਕ ਮੁਆਵਜ਼ੇ ਦੀ ਗੱਲ ਪੰਜਾਬ ਸਰਕਾਰ ਨੇ ਕੀਤੀ ਸੀ ਕਿ ਜਿਹੜੇ ਵੀ ਸ਼ਹੀਦ ਹੋਏ ਨੇ ਅਸੀਂ ਉਹਨਾਂ ਨੂੰ ਇੱਕ ਮੁਆਵਜ਼ਾ ਦੇਵਾਂਗੇ, ਉਹ ਉਹਨਾਂ ਦੀ ਉਸ ਲਿਸਟ ਦੇ ਵਿੱਚ ਆਇਆ ਨਹੀਂ ਹੈ ਇਹਨਾਂ ਦਾ ਨਾਮ, ਜਾਂ ਉਹ ਇਕੱਲੇ ਵਾਅਦੇ ਹੀ ਨੇ ਜਾਂ ਸਟੇਜਾਂ ਤੇ ਕਹਿਣ ਵਾਸਤੇ ਹੀ ਉਹ ਸਾਰਾ ਕੁਝ? ਬਿਲਕੁਲ, ਕੁਛ ਤਾਂ ਸਰਕਾਰਾਂ ਸਟੇਜਾਂ ਤੇ ਕਹਿੰਦੀਆਂ ਨੇ, ਕੁਛ ਉਦੋਂ ਬਾਅਦ ਤਾਇਆ ਜੀ ਦੀ ਡੈਥ ਤੋਂ ਬਾਅਦ ਅਸੀਂ ਨੇ ਫਾਈਲ ਤਿਆਰ ਕਰਕੇ ਐਸਡੀਐਮ ਨੂੰ ਦਿੱਤੀ ਹੈ ਜੀ। ਉਹ ਤੇ ਕੀ ਕਾਰਵਾਈ ਹੁੰਦੀ ਹੈ ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਸਰਕਾਰ ਝੂਠ ਮਾਰਦੀ ਹੈ ਜਾਂ ਕੁਝ ਕਰਦੀ ਵੀ ਹੈਗੀ ਹੈ। ਉਹ ਤਾਂ ਪਤਾ ਲੱਗ ਜੂਗਾ ਜੀ, ਪ੍ਰਤੱਖ ਨੂੰ ਪ੍ਰਮਾਣ ਹੁਣ ਨਹੀਂ ਤਾਂ 2 ਮਹੀਨਿਆਂ ਨੂੰ ਪਤਾ ਲੱਗ ਜੂਗਾ ਆਪਾਂ ਨੂੰ। ਸਰਕਾਰਾਂ ਦੇ ਰਵੱਈਏ ਦੀ ਬਾਤ ਵਾਰੀ-ਵਾਰੀ ਨਾ ਹੀ ਪਾਈਏ ਤਾਂ ਬਿਹਤਰ ਹੈ, ਕਿਉਂਕਿ ਪਤਾ ਹੀ ਹੈ ਕਿ ਸਰਕਾਰਾਂ ਅਸਲ 'ਚ ਕਰ ਕੀ ਰਹੀਆਂ ਹੁੰਦੀਆਂ ਨੇ ਜਾਂ ਕਰਦੀਆਂ ਕੀ ਨੇ। ਲੋਕ ਭਲਾਈ, ਲੋਕ ਹਿੱਤ ਇਹ ਸਿਰਫ ਅਖਬਾਰੀ ਬਿਆਨਬਾਜ਼ੀ ਹੁੰਦੀ ਹੈ ਜਾਂ ਟੀਵੀ ਦੇ ਉੱਤੇ ਦਿਖਾਉਣ ਵਾਸਤੇ ਹੁੰਦੀ ਹੈ, ਆਪਣੀ ਬੱਲੇ-ਬੱਲੇ ਖੱਟਣ ਲਈ ਹੁੰਦੀ ਹੈ। ਅਸਲ ਜ਼ਮੀਨ ਦੀ ਹਕੀਕਤ ਤੁਹਾਨੂੰ ਲੋਕਾਂ ਦੇ ਵਿੱਚ ਜਾ ਕੇ ਪਤਾ ਲੱਗਦੀ ਹੈ ਕਿ ਹੋ ਕੀ ਰਿਹਾ ਜਾਂ ਕੀਤਾ ਕੀ ਹੈ। ਬਾਈ ਸਤਿ ਸ੍ਰੀ ਅਕਾਲ ਜੀ। ਬਾਈ ਸਤਿ ਸ੍ਰੀ ਅਕਾਲ। ਕੀ ਨਾਮ ਬਾਈ ਜੀ? ਅਮਰੀਕ ਸਿੰਘ। ਅਮਰੀਕ ਬਾਈ ਕਿੱਦਾਂ ਦੇ ਸੀ ਬਜ਼ੁਰਗ ਜੱਗਰ ਸਿੰਘ ਹੋਰੀ, ਮਤਲਬ ਸ਼ਖਸੀਅਤ ਕਿੱਦਾਂ ਦੀ ਸੀ? ਜੱਗਰ ਸਿੰਘ ਤਾਂ ਭਰਾ ਮੇਰੀ ਉਮਰ ਵੀ 52-53 ਸਾਲ ਦੀ ਹੋ ਗਈ ਜਿੱਦੇ ਤੋਂ ਅਸੀਂ ਉਹਨੂੰ ਦੇਖਦੇ ਸੀ ਜੀ। ਉਹ ਐਡਾ ਮਤਲਬ ਸੰਘਰਸ਼ੀ ਬੰਦਾ ਸੀ, ਸਾਡੇ ਪਿੰਡ ਨੂੰ ਬਹੁਤ ਵੱਡੀ ਦੇਣ ਸੀ ਉਹਦੀ, ਜਿੱਡੀ ਵੀ ਕਹਿ ਦੋ ਤੁਸੀਂ। ਉਹਨੇ ਬਾਕੀ ਕਿਸੇ ਦਾ ਪੱਖਪਾ ਨਾ ਕਰਨਾ, ਕਿਸੇ ਦਾ ਕੁਝ ਵੀ ਨਾ ਕਰਨਾ, ਹਰੇਕ ਨੂੰ ਇਹੀ ਸਮਝਾਉਣਾ ਵੀ ਸਰਕਾਰਾਂ ਕੀ ਕਰਦੀਆਂ ਨੇ। ਆਪਾਂ ਨੂੰ ਤਾਂ ਹੁਣ ਪਤਾ ਲੱਗਿਆ ਸਾਨੂੰ ਤਾਂ ਵੀ ਸਰਕਾਰਾਂ ਕਰਦੀਆਂ ਕੀ ਨੇ। ਤੁਸੀਂ ਆ 5 ਲੱਖ ਬਾਕੀ ਤਾਂ ਤੁਹਾਨੂੰ ਸਰਪੰਚ ਸਾਹਿਬ ਨੇ ਦੱਸ ਹੀ ਦਿੱਤਾ ਸਾਨੂੰ। ਆ ਜਿਹੜਾ ਕਹਿੰਦੇ 5 ਲੱਖ ਅਸੀਂ ਤਾਂ ਵੀਰ ਜੀ ਕਿਤੇ ਦੇਖਿਆ ਨਹੀਂ ਵੀ ਕਿਹੜੇ ਕਿਸਾਨ ਨੂੰ 5 ਲੱਖ ਰੁਪਇਆ ਦੇਤਾ ਕਿਸੇ ਸਰਕਾਰ ਨੇ। ਮੋਦੀ ਦੀਆਂ ਨੀਤੀਆਂ ਪਹਿਲਾਂ ਤੁਸੀਂ ਦੇਖ ਹੀ ਲਈਆਂ। ਸਾਨੂੰ 1.25 ਸਾਲ ਉੱਥੇ ਕਿਹੜੇ ਲੋਟ ਢੂਈਆਂ ਰਗੜਾਈਆਂ ਨੇ ਕਿਸਾਨਾਂ ਦੀਆਂ। ਜੇ ਮੋਦੀ ਕੋਈ ਝੁਕਣ ਵਾਲਾ ਸਾਨੂੰ ਤਾਂ ਲੱਗਦਾ ਨਹੀਂ ਸੀ। ਸਾਨੂੰ ਤਾਂ ਐਂ ਲੱਗਿਆ ਵੀ ਜਿਵੇਂ ਹੁਣ ਉਹਨੂੰ ਯੂਪੀ ਦੀਆਂ ਚੋਣਾਂ ਆ ਰਹੀਆਂ ਤੀਆਂ ਜਾਂ ਮਤਲਬ ਪਹਿਲਾਂ ਉੱਥੇ ਬੰਗਾਲ ਦੇ ਵਿੱਚ ਹੋ ਗਿਆ ਉਹਨੂੰ। ਮੈਨੂੰ ਤਾਂ ਇਹ ਲੱਗਦਾ ਵੀ ਸਾਨੂੰ ਤਾਂ ਵੀ ਇਸੇ ਡਰ ਤੋਂ ਮਾਰੇ ਨੇ, ਮਤਲਬ ਸਾਡੇ ਬਿੱਲ ਵਾਪਸ ਲਏ ਨੇ। ਹਜੇ ਵੀ ਸਾਨੂੰ ਕੋਈ ਤਬਾਰ ਨਹੀਂ ਤੋਮਲ ਦਾ ਬਿਆਨ ਨਹੀਂ ਸੁਣਿਆ ਹੋਊਗਾ ਤੁਸੀਂ। ਉਹ ਕਹਿੰਦੇ ਵੀ ਦੁਬਾਰਾ ਫੇਰ ਇੱਕ ਕਦਮ ਪਿੱਛੇ ਹਟਿਆ ਸੀ। ਪਰ ਸਰਕਾਰ ਇਹ ਨਾ ਸੋਚੇ ਹੁਣ ਕਿਸਾਨਾਂ ਦੇ ਵਿੱਚ ਵੀ ਇੰਨੀ ਜਾਗਰੂਕਤੀ ਹੈ, ਮਤਲਬ ਵੀ ਪਹਿਲਾਂ ਸਾਡੇ 700 ਕਿਸਾਨ ਉੱਥੇ ਸ਼ਹੀਦ ਹੋ ਗਏ, ਹੁਣ ਹੋਰ ਹੋ ਜਾਣਗੇ। ਸਾਡੇ ਕਿਸਾਨਾਂ ਨੂੰ ਕੋਈ ਐਡਾ ਉਹ ਨਹੀਂ। ਹੁਣ ਤਾਂ ਸਰਕਾਰ ਨੂੰ ਇਹ ਲੱਗਦਾ ਹੈ ਵੀ ਮਤਲਬ ਅਸੀਂ ਆਹ ਕਰ ਦਾਂਗੇ ਬਾਹ ਕਰਾਂਗੇ। ਬਾਕੀ ਆ ਪਰਿਵਾਰ ਦੀ ਸਥਿਤੀ ਤੁਸੀਂ ਦੇਖ ਹੀ ਰਹੇ ਹੋ ਬਾਈ, ਘਰ ਦੇਖ ਲਓ। ਮਤਲਬ ਆ 3 ਬੇਟੇ ਬੈਠੇ ਨੇ, ਇੱਕ ਦੀ ਡੈਥ ਹੋ ਗਈ, ਨੂੰਹ ਦੀ ਡੈਥ ਹੋ ਗਈ, ਬੇਟੀਆਂ ਵੀ ਉਸੇ ਨੇ ਪਾਲੀਆਂ ਤੀਆਂ। ਸਾਰਾ ਕੁਝ ਤਿਆਰ ਕਰਕੇ ਉਹੀ ਤੋਰਦਾ ਹੁੰਦਾ। ਮਾਂ ਵੀ ਉਹ ਤੀ ਉਹਨਾਂ ਦੀ, ਪਿਓ ਵੀ ਉਹ ਤੀਗਾ। ਬਾਕੀ ਜਿਹੜੇ ਤੁਸੀਂ ਸਾਡੇ ਮਤਲਬ ਸਰਕਾਰਾਂ ਬਾਰੇ ਕੁਛ ਦਿਓ ਬਾਈ, ਕਾਹਨੂੰ ਕੁਛ ਕਹੋ ਨੇ ਹੁਣ
ਸਰਕਾਰਾਂ ਤਾਂ ਬਸ ਖਤਮ ਹੀ ਆ ਕੰਮ। ਹੂੰ ਠੀਕ ਹੈ, ਇਹ ਨਾਂ ਦੀਆਂ ਨੇ ਨਾ ਨਹੀਂ ਸਰਕਾਰਾਂ ਨੇ ਤਾਂ ਲਾਣ ਨੇ, ਕਿੰਨੇ ਮਰਜ਼ੀ ਕਰਾ ਲਓ, ਇਹਨਾਂ ਦੇ ਆਪ 'ਚ ਰਿਸ਼ਤੇਦਾਰੀਆਂ ਨੇ, ਆਪ 'ਚ ਨੇ, ਲੋਕਾਂ ਨੂੰ ਬੁੱਧੂ ਬਣਾ ਜਾਂਦੇ। ਕੁਛ ਆਹ ਸੰਘਰਸ਼ ਨੇ ਹੁਣ ਸਾਡੇ ਲੋਕਾਂ ਨੂੰ ਜਾਗਰੂਕ ਜ਼ਰੂਰ ਕੀਤਾ ਹੈ। ਆਉਣ ਵਾਲੀ ਪੀੜ੍ਹੀ ਤਾਂ ਜ਼ਿਆਦਾ ਹੀ ਜਾਗਰੂਕ ਹੋ ਗਈ ਬਹੁਤ ਵਧੀਆ ਵੀ ਇਹ ਕੀ ਕਰਦੇ ਨੇ, ਕੀ ਧਰਦੇ ਨੇ। ਮਤਲਬ ਹੁਣ ਦੇਖ ਲਓ ਤੁਸੀਂ, ਉਹੀ ਬਾਦਲ ਸਾਹਿਬ ਦੀ 94 ਸਾਲ ਦੀ ਉਮਰ ਹੋ ਰਹੀ ਹੈ, ਗਲੀਆਂ 'ਚ ਫਿਰਦਾ ਗੱਡੀ ਲਈ ਵੋਟਾਂ ਨੂੰ ਕਹਿੰਦਾ। ਇਹ ਕਦੇ ਲੋਕ ਦੇਖੇ ਤੇ ਆਵਾਜ਼ ਹੈ। ਇਹ ਲੋਕ ਆਵਾਜ਼ ਹੈ। ਜਦੋਂ ਲੋਕ ਉੱਠ ਖੜਦੇ ਨੇ ਬਾਈ, ਇਹਨਾਂ ਤੋਂ ਵੱਡਾ ਕੁਝ ਵੀ ਨਹੀਂ ਹੈ। ਹੈ ਬਾਕੀ ਸਾਡੇ ਲੋਕਾਂ 'ਚ ਤਾਂ ਇਹੀ ਆ, ਜਿੰਨੇ ਕਿਸਾਨ ਨੇ ਵੀ ਪ੍ਰਮਾਤਮਾ ਸੋਚੂ, ਸਾਡੇ ਤਾਂ ਇਹ ਕਹਿ ਕੇ ਸਾਰ ਦਿੰਦੇ ਹੈ। ਕਰਦਾ ਤਾਂ ਪ੍ਰਮਾਤਮਾ ਹੀ ਆ ਜੋ ਕੁਝ ਕਰਦਾ। ਹੁਣ ਕੈਪਟਨ ਹੋਰਾਂ ਨਾਲ ਦੇਖ ਲਓ ਕੀ ਬਣ ਰਹੀ ਹੈ। ਇਹ ਸਾਰਾ ਕੁਝ ਪ੍ਰਮਾਤਮਾ ਦੀ ਉਹੀ ਹੈ ਬਸ, ਪਰ ਜਰੀਆ ਬੰਦਾ ਬਣਦਾ, ਹਾਂ ਜਰੀਆ ਬੰਦਾ ਬਣਦਾ। ਜਰੀਆ ਬੰਦਾ। ਪਰ ਸਾਡੀ ਤਾਂ ਇਹੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਪਰਿਵਾਰ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ। ਜਿਹੜਾ ਵੀ ਹਾਲਾਤ ਉਹ ਤੁਸੀਂ ਦੇਖਦੇ ਹੋ ਉਹਨਾਂ ਦੇ, ਮੇਰੇ ਭਰਾ, ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਕੀ ਸਭ ਕੁਝ ਲੋਕਾਂ ਦੇ ਸਾਡੇ ਸਭਾਤਾਂ ਦੇ ਵਿੱਚ ਤੂੜੀ ਆ, ਇਹਨਾਂ ਦਾ ਦੇਖ ਲਓ ਤੂੜੀ ਵਾਲਾ ਬਣਾਇਆ ਹੋਇਆ ਹੈ। ਡੰਗਰ ਵੀ ਰੱਖਣੇ ਨੇ। ਹੋਰ ਸਾਰਾ ਮੈਂ ਤੁਹਾਨੂੰ ਨਜ਼ਰ ਮਰਾਉਂਗਾ ਕਿ ਸਹੂਲਤਾਂ ਦੀ ਘਾਟ ਜਿਹੜੀ ਹੈ ਉਹ ਕਿਸ ਕਿਸਮ ਨਾਲ ਤੁਹਾਡੇ ਵਾਰ-ਵਾਰ ਮੂਹਰੇ ਆਉਂਦੀ ਹੁੰਦੀ ਹੈ, ਮੂੰਹ ਅੱਡ ਕੇ ਖੜਦੀਆਂ ਨੇ। ਕਿਉਂਕਿ ਲੋੜਾਂ ਹਮੇਸ਼ਾ ਮੂੰਹ ਅੱਡ ਕੇ ਖੜਦੀਆਂ ਨੇ, ਪਰ ਜੇਬ ਦੀ ਤੰਗੀ ਜਾਂ ਗਰੀਬੀ ਜਾਂ ਆਰਥਿਕਤਾ ਐਸੀ ਚੀਜ਼ ਆ ਜਿਹੜੀ ਲੋੜਾਂ ਨੂੰ ਕਈ ਵਾਰ ਪਾਸਾ ਵੱਟਣ ਤੋਂ ਵੀ ਮਜਬੂਰ ਕਰ ਦਿੰਦੀ ਹੈ ਬੰਦੇ ਨੂੰ। ਹੋਰ ਸੱਜਣ ਬੈਠੇ ਨੇ, ਸਾਰਿਆਂ ਨਾਲ ਸ਼ਹੀਦ ਜੱਗਰ ਸਿੰਘ ਹੋਰਾਂ ਦੀ ਗੱਲ ਸਾਂਝੀ ਕਰਦੇ ਹਾਂ। ਪਿੰਡ ਤੋਲਾਵਾਲ ਪਹੁੰਚੇ ਹੋਏ ਹਾਂ, ਸ਼ਹੀਦ ਜੱਗਰ ਸਿੰਘ ਹੋਰਾਂ ਦੇ ਸੱਜਣ ਬੇਲੀਆਂ ਪਿੰਡ ਦੇ ਸੱਜਣਾਂ ਨਾਲ ਗੱਲਬਾਤ ਕਰ ਰਹੇ ਹਾਂ। ਇਹ ਗੱਲ ਮੈਂ ਵਾਰ-ਵਾਰ ਕਰ ਰਿਹਾ ਕਿ ਜਿੱਦਾਂ ਜਾਣਕਾਰੀ ਮੈਨੂੰ ਨਹੀਂ ਸੀ, ਸਰਪੰਚ ਸਾਹਿਬ ਨੇ ਦੱਸਿਆ ਕਿ ਇਹ ਤਾਂ ਪਤਾ ਸੀ ਕਿ ਉਹ ਸਾਬਕਾ ਆਰਮੀ ਮੈਨ ਸੀ, ਸਾਬਕਾ ਫੌਜੀ ਸੀ, ਫੌਜ ਦੀਆਂ ਲੜਾਈਆਂ ਲੜੀਆਂ, ਗ੍ਰਨੇਡ ਹੱਥ ਦੇ ਵਿੱਚ ਫਟਿਆ ਹੋਇਆ ਸੀ। ਇਹ ਨਹੀਂ ਪਤਾ ਸੀ ਕਿ ਪਰਿਵਾਰਕ ਮੈਂਬਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਦੇ ਹੋਏ ਇਸ ਸੰਸਾਰ ਤੋਂ ਤੁਰੇ ਨੇ, ਤੇ ਉਹ ਲੜਾਈ ਵੀ ਵੱਡੇ ਜਿਗਰੇ ਨਾਲ ਜੱਗਰ ਸਿੰਘ ਵਰਗਿਆਂ ਨੇ ਆਪਣੇ ਪਰਿਵਾਰ ਦੇ ਹਿੱਤ ਦੀ ਲੜਾਈ ਉਸ ਬਿਮਾਰੀ ਨਾਲ ਲੜੀ। ਤੇ ਫਿਰ ਆ ਜਿਹੜੀ ਸਰਕਾਰਾਂ ਦੀ ਲੜਾਈ ਹੈ ਜਾਂ ਲੋਕ ਹਿੱਤ ਦੀ ਲੜਾਈ ਹੈ, ਉਸ ਨੂੰ ਤਾਂ ਨਿਭਾਉਂਦੇ ਨਿਭਾਉਂਦੇ ਉਹ ਇਸ ਦੁਨੀਆ ਤੋਂ ਹੀ ਚਲੇ ਗਏ। ਬਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਬਾਈ ਜੀ? ਮੇਰਾ ਨਾਮ ਜਗਸੀਰ ਸਿੰਘ ਹੈ ਜੀ। ਜਗਸੀਰ ਭਾਜੀ, ਕਿੱਦਾਂ ਦੇ ਬੰਦੇ ਸੀ ਬਾਈ ਜੱਗਰ ਸਿੰਘ ਹੋਰੀ? ਸਰਦਾਰ ਜੱਗਰ ਸਿੰਘ ਜੀ ਇੱਕ ਬਹੁਤ ਹੀ ਵਧੀਆ ਮਿੱਠੜੇ ਸੁਭਾਅ ਦੇ ਬੰਦੇ ਸੀ। ਜਿੱਥੋਂ ਤੱਕ ਜਿੰਨਾ ਕੁ ਉਹਨਾਂ ਨੂੰ ਮੈਂ ਦੇਖਿਆ ਵੀ, ਮੈਂ ਕਈ ਵਾਰੀ ਉਹਨਾਂ ਨੂੰ ਮਿਲਿਆ ਵੀ ਹਾਂ, ਸਾਡੇ ਇੱਕ ਬਜ਼ੁਰਗਾਂ ਸਮਾਨ ਸੀ, ਤੇ ਬਹੁਤ ਹੀ ਵਧੀਆ ਨੇਕ ਦਿਲ ਦੇ ਬੰਦੇ ਸੀ ਸਰਦਾਰ ਜੱਗਰ ਸਿੰਘ ਜੀ। ਤੇ ਸੰਘਰਸ਼ ਨਾਲ ਉਹ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਸੀ। ਹਾਂਜੀ ਹਾਂ, ਬਹੁਤ ਹੀ ਇੱਕ ਵਧੀਆ ਯਾਨੀ ਕਿ ਪਿਆਰ ਵਾਲੇ ਬੰਦੇ ਸੀ ਜਿੱਥੇ ਤੱਕ ਉਹਨਾਂ ਨੂੰ ਮੈਂ ਦੇਖਿਆ। ਤੇ ਪਿੰਡ ਦੇ ਵਿੱਚ ਵੀ ਉਹਨਾਂ ਨੂੰ ਮਿਲਦੇ ਜਾਂਦੇ ਨੇ। ਬਾਕੀ ਸੰਘਰਸ਼ ਦੇ ਨਾਲ ਉਹਨਾਂ ਦੇ ਕਈ ਵਾਰੀ ਉਹਨਾਂ ਦੇ ਨਾਲ ਗਏ ਆ ਬਈ। ਇਦਾਂ ਦੇ ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਸੰਘਰਸ਼ੀ ਬੰਦੇ ਸੀ ਯਾਰ, ਇਦਾਂ ਦੇ ਬੰਦੇ ਦਾ ਜਾਣਾ ਤਾਂ ਫਿਰ ਬਹੁਤ ਵੱਡਾ ਘਾਟੇ ਵਾਲਾ ਕੰਮ ਹੈ, ਮਤਲਬ ਸਾਰੇ ਸਮਾਜ ਲਈ ਬਹੁਤ ਵੱਡਾ ਜੀ। ਖਾਸ ਕਰ ਸਾਡੇ ਪਿੰਡ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਸੀ, ਕਿਉਂਕਿ ਉਹ ਮੁੱਢ ਤੋਂ ਸੰਘਰਸ਼ ਦੇ ਨਾਲ ਜੁੜੇ ਹੋਏ ਸੀ। ਸਾਡੇ ਪਿੰਡ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਸੀ, ਤੇ ਉਹ ਇੱਕ ਇਹੋ ਜਿਹੇ ਵਧੀਆ ਬੰਦੇ ਸੀ ਜਿਹਦਾ ਕਿ ਸਾਡੇ ਪਿੰਡ ਨੂੰ ਬਹੁਤ ਹੀ ਵੱਡਾ ਜਿਹੜਾ ਉਹ ਘਾਟ ਹੈ ਉਹ ਪੈ ਗਿਆ। ਨਹੀਂ ਤਾਂ ਕੋਈ ਨਾ ਕੋਈ ਯੋਗਦਾਨ ਪਾਉਂਦੇ ਹੀ ਹੋ, ਨੌਜਵਾਨਾਂ ਨੂੰ ਸਿਖਾਉਂਦੇ ਕੁਛ ਜਾਂ ਕੋਈ ਚੰਗੀ ਰਾਏ ਹੀ ਦਿੰਦੇ ਜੇ ਬੰਦਾ ਵਿੱਚ ਹੁੰਦਾ ਹੈ। ਵੀ ਉਹਨਾਂ ਵਿੱਚ ਬਹੁਤ ਕੁਝ ਸੀਗਾ ਜੀ, ਸਾਡੇ ਨੌਜਵਾਨਾਂ ਨੂੰ ਦੱਸਣਯੋਗ ਉਹਨਾਂ ਨਾਲ ਵੀ ਬਹੁਤ ਕੁਝ ਸੀ। ਬਹੁਤ ਕੁਝ ਉਹਨਾਂ ਨੇ ਮਤਲਬ ਕਿ ਲਾ ਜਦੋਂ ਕਿਤੇ ਜਾਣਾ ਸਨਾਮ ਜੇ ਤੇ ਰਾਤ ਜਾਂਦੇ ਆਉਂਦੇ ਤੇ ਉੱਥੇ ਉਹਨਾਂ ਨੇ ਉਹੋ ਜਿਹੀਆਂ ਗੱਲਾਂ ਦੱਸਣੀਆਂ ਜਿਹੜੀਆਂ ਕਿ ਸਾਡੇ ਬਜ਼ੁਰਗਾਂ ਨੂੰ, ਸਾਡੇ ਨੌਜਵਾਨ ਪੀੜ੍ਹੀ ਨੂੰ ਬਿਲਕੁਲ ਹੀ ਕਿਸੇ ਤਰ੍ਹਾਂ ਦਾ ਪਤਾ ਨਹੀਂ ਸੀ। ਬਹੁਤ ਹੀ ਜ਼ਿਆਦਾ ਯਾਨੀ ਕਿ ਲਾ ਜਿਹੜਾ ਉਹਨਾਂ ਨੇ ਗਿਆਨ ਹੈ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਦਿੱਤਾ ਹੈ। ਕੀ ਨਾਂ ਛੋਟੇ ਵੀਰ ਤੁਹਾਡਾ? ਹਰਦੀਪ ਸਿੰਘ ਜੀ। ਹਰਦੀਪ, ਤੁਹਾਡੇ ਕੀ ਲੱਗਦੇ ਸੀ ਜੱਗਰ ਸਿੰਘ ਜੀ? ਮੇਰੇ ਦਾਦਾ ਹੀ ਲੱਗਦੇ। ਕੀ ਸਾਂਝ ਸੀ ਤੇਰੀ ਆਪਣੇ ਦਾਦਾ ਜੀ ਨਾਲ ਤੁਹਾਡੀ? ਮਤਲਬ ਕਿੱਦਾਂ ਦਾ ਰਿਸ਼ਤਾ ਸੀਗਾ? ਰਿਸ਼ਤਾ ਬਹੁਤ ਚੰਗਾ ਸੀ। ਸਾਨੂੰ ਚੰਗੀ ਗੱਲ ਹੀ ਕਹਿੰਦੇ ਸੀ ਵੀ ਤੁਸੀਂ ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਕੋਈ ਗਲਤ ਕੰਮ ਨਹੀਂ ਕਰਨਾ, ਵੀ ਚੰਗੀ ਸੋਚ ਰੱਖਣੀ ਹੈ ਜੀ। ਹੈਗੀ ਸੀ ਤੇਰੇ ਨਾਲ? ਮਤਲਬ ਕਹਿੰਦੇ ਆ ਵੀ ਮੂਲ ਨਾਲੋਂ ਵਿਆਜ ਆਪਣੇ ਹੋ ਸਕਦਾ ਵੀ ਤੇਰੇ ਡੈਡੀ ਨਾਲ ਉਹਨਾਂ ਦੀ ਘੱਟ ਹੋਵੇ, ਤੇਰੇ ਨਾਲ ਵੱਧ ਹੋਵੇ, ਜਾਂ ਤੇਰੀ ਭੈਣ ਨਾਲ ਜ਼ਿਆਦਾ ਹੋਵੇ। ਸਾਡੇ ਨਾਲ ਥੋੜੀ ਜ਼ਿਆਦਾ ਸੀ ਜੀ। ਕਿਵੇਂ ਮਤਲਬ ਕਿਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਤੁਹਾਡੀਆਂ? ਸਾਨੂੰ ਜੀ ਇੱਥੋਂ ਹੀ ਪਿੰਡ 2-3 ਕਿਲੋਮੀਟਰ ਦੂਰ ਹੈ, ਸਾਨੂੰ ਹੀ ਗਧੇੜੇ ਗੋਦੀ ਚੱਕ ਚੱਕ ਲਿਆਉਣਾ ਪੜਾਉਣਾ, ਉਹ ਯਾਦ ਸੀ। ਯਾਦ ਹੈ? ਕਿਹੜੀਆਂ ਗੱਲਾਂ ਯਾਦ ਆਉਂਦੀਆਂ ਬਾਪੂ ਦੀ? ਇਹੀ ਜੀ ਵੀ ਕੋਈ ਗਲਤ ਕੰਮ ਨਹੀਂ ਕਰਨਾ, ਇੱਦਾਂ ਵੀ ਤੁਸੀਂ ਕੋਈ ਚੰਗਾ ਕੰਮ ਕਰਨਾ ਜੀ, ਵੀ ਕਿਸਾਨੀ ਨਾਲ ਵੀ ਜੁੜਨਾ ਵੀ।
ਤੁਹਾਨੂੰ ਜਦੋਂ ਤੁਹਾਡੇ ਪਰਿਵਾਰ 'ਚ ਮਤਲਬ ਖਾਸੀ ਭੱਜ ਟੁੱਟ ਭੰਨ ਬਹੁਤ ਹੋਈ ਹੈ ਹਨਾ, ਹਾਂਜੀ ਕਈ ਜੀ ਤੁਹਾਡੇ ਬਿਮਾਰੀ ਨਾਲ ਵੀ ਗਏ ਹਨਾ, ਬਾਪੂ ਨੇ ਕਿਵੇਂ ਸਾਂਭਿਆ ਟੱਬਰ ਨੂੰ ਜਾਂ ਤੁਹਾਨੂੰ? ਉਹਦਾ ਹੀ ਅਸੀਂ ਬਹੁਤ ਛੋਟੇ ਸੀ ਜਦੋਂ ਮੇਰੀ ਮਾਂ ਦੀ ਡੈਥ ਹੋ ਗਈ ਸੀ। ਨਹੀਂ, ਜਿਉਂ ਜਿਉਂ ਤੁਹਾਨੂੰ ਸਮਝ ਆਉਂਦੀ ਰਹੀ ਹੈ ਜੀ, ਬਾਪੂ ਨੇ ਕਿਵੇਂ ਸਾਂਭਿਆ ਤੁਹਾਨੂੰ? ਬਹੁਤ ਜੀ ਗਰੀਬੀ ਸੀ ਘਰ 'ਚ ਉਹਦੇ ਹੋਤੀ ਤੁਸੀਂ ਵੀ ਧਰਨੇ ਧੁਰਨੇ 'ਚ ਗਏ ਹੋ ਕਦੇ ਉਹਨਾਂ ਨਾਲ? ਨਹੀਂ, ਉਹ ਉਹਦੇ ਨਾਲ ਜਾਂਦੇ ਹੁੰਦੇ ਸੀ, ਛੱਡ ਕੇ ਮੁੰਡਿਆਂ ਘਰੇ ਵੀ ਕੰਮ। ਅੱਛਾ, ਤੁਸੀਂ ਜਾਂਦੇ ਸੀਗੇ ਆਪਣੀ ਜ਼ਿੰਮੇਵਾਰੀ ਮਤਲਬ ਉਹਨਾਂ ਨੂੰ ਛੱਡ ਕੇ ਹਾਂ ਆਉਂਦੇ ਸੀਗੇ? ਹਾਂਜੀ। ਲੋਕ ਘੋਲ ਲੜ ਰਹੇ ਲੋਕਾਂ ਦਾ ਜਿਹੜੀ ਸ਼ਖਸੀਅਤ ਹੈ ਉਸ ਬਾਰੇ ਜ਼ਿਆਦਾ ਚੰਗੇ ਤਰੀਕੇ ਨਾਲ ਕਈ ਵਾਰੀ ਪਰਿਵਾਰ ਨਹੀਂ ਜਾਣਦਾ ਹੁੰਦਾ। ਉਹਦਾ ਕਾਰਨ ਦੱਸ ਦਿੰਦਾ। ਜਿਹੜਾ ਬੰਦਾ ਲੋਕ ਘੋਲਾਂ ਨਾਲ ਜੁੜਿਆ ਹੁੰਦਾ ਹੈ ਉਹ ਘੋਲ ਦੀਆਂ ਬਹੁਤੀਆਂ ਗੱਲਾਂ ਪਰਿਵਾਰ ਨਾਲ ਨਹੀਂ ਕਰਦਾ ਹੁੰਦਾ, ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਮੈਂ ਪਰਿਵਾਰ ਨੂੰ ਕੀ ਸਮਝਾਵਾਂ। ਉਸ ਬਾਰੇ ਜ਼ਿਆਦਾ ਜਾਣਕਾਰੀ ਜਾਂ ਉਸ ਸ਼ਖਸੀਅਤ ਬਾਰੇ ਬਹੁਤੀ ਗੱਲ ਜਿਹੜੀ ਹੈ ਉਹ ਜਥੇਬੰਦੀ ਦੇ ਬੰਦੇ ਕਰ ਸਕਦੇ ਹੁੰਦੇ ਆ, ਕਿਉਂਕਿ ਉਹ ਹਰ ਲੋਕ ਘੋਲ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਚਰ ਰਹੇ ਹੁੰਦੇ ਆ। ਇਸ ਵਕਤ ਸਾਡੇ ਨਾਲ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਨੇ। ਪ੍ਰਧਾਨ ਜੀ, ਪਹਿਲਾਂ ਤੁਹਾਡਾ ਨਾਮ ਦੀ ਸਾਂਝ ਪਾਓ। ਜਸਵੰਤ ਸਿੰਘ ਤੋਲਾਵਾਲ, ਬਲਾਕ ਪ੍ਰਧਾਨ ਸੁਨਾਮ BK ਉਗਰਾਹਾਂ ਜੀ। ਪ੍ਰਧਾਨ ਜੀ, ਕਿੱਦਾਂ ਦੀ ਸ਼ਖਸੀਅਤ ਸੀ? ਮੈਂ ਜਿਹੜੀ ਗੱਲ ਕਹੀ ਹੈ ਕਿ ਪਰਿਵਾਰ ਨੂੰ ਨਹੀਂ ਬਹੁਤੀ ਵਾਰੀ ਪਤਾ ਹੁੰਦਾ ਕਿ ਸਾਡਾ ਬੰਦਾ ਲੋਕ ਘੋਲਾਂ 'ਚ ਕਿਹਾ ਜਾਏ, ਜਥੇਬੰਦੀ ਨੂੰ ਵੱਧ ਪਤਾ ਹੁੰਦਾ। ਜਾਨੀ ਜਿਹੜਾ ਜੱਗਰ ਸਿੰਘ ਦਾ ਮਤਲਬ ਪਿਛੋਕੜ ਦੀ ਗੱਲ ਆ ਲਈਏ ਜਾਂ ਸਾਡੇ ਨਾਲ ਉਹਦਾ ਚੱਲਣ ਦਾ ਤਰੀਕਾ ਹੈ, ਤਕਰੀਬਨ ਉਹ ਤਾਂ ਅਸੀਂ ਮੁੱਢ ਤੋਂ ਲੈ ਕੇ ਨਾਲ ਚੱਲਿਆ। ਜਾਨੀ 2002 ਦੇ ਵਿੱਚ ਸਾਡੀ ਜਥੇਬੰਦੀ ਹੋਣ ਦੇ ਵਿੱਚ ਆਈ ਭਾਰਤੀ ਕਿਸਾਨ ਏਕਤਾ ਉਗਰਾਹਾਂ ਜੀ। ਉਸ ਦਿਨ ਤੋਂ ਲੈ ਕੇ ਜਾਨੀ ਉਹਦੇ ਅੰਤ ਸਮੇਂ ਤੱਕ ਉਸ ਬੰਦੇ ਦਾ ਇੰਨਾ ਵੱਧ ਕੇ ਰੋਲ ਸੀ ਸਾਡੇ ਨਾਲ। ਜਾਨੀ ਮਤਲਬ ਕੋਈ ਵੀ ਉਹਨੇ ਮੋਰਚਾ ਸੀ ਕਿਤੇ ਲਾਉਣਾ ਹੈ, ਮਤਲਬ ਉਹਦੀ ਗੈਰ ਹਾਜ਼ਰੀ ਨਹੀਂ ਹੁੰਦੀ ਰੜਕਦੀ ਤੀ। ਜਾਨੀ ਇੱਕ ਪਰਿਵਾਰ ਨਾਲ, ਜਿਵੇਂ ਬੱਚੇ ਛੋਟੇ ਛੋਟੇ ਬੱਚੇ ਤੇ ਜਿਨ੍ਹਾਂ ਨੂੰ ਬੱਚੇ ਦੱਸਦੇ ਆ ਵੀ ਗੰਧਾੜੇ ਚੜਾ ਕੇ ਅਸੀਂ ਰੋਜ਼ਾਨਾ ਦੇਖਦੇ, ਉਹਨਾਂ ਨੂੰ ਸਕੂਲ ਛੱਡ ਕੇ ਆਉਣਾ, ਫਿਰ ਸਕੂਲੋਂ ਲੈ ਕੇ ਆਉਣਾ, ਤੇ ਪਰਿਵਾਰ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ, ਜਾਨੀ 2 ਮੌਤਾਂ ਹੋਈਆਂ, ਉਹਨਾਂ ਤੇ ਵਾਹਵਾ ਜਾਨੀ ਪੈਸਾ ਲਾਇਆ, ਕਿਉਂ ਛੋਟੀ ਕਬੀਲਦਾਰੀ ਹੋਣ ਨਾਤੇ। ਤੇ ਬੇਸ਼ੱਕ ਉਹਨਾਂ ਨੇ 2 ਜੰਗਾਂ, ਇੱਕ ਦੇਖੋ ਦੇਸ਼ ਦੀ ਸੇਵਾ ਕੀਤੀ ਹੈ, ਦੂਜੀ ਉਸ ਤੋਂ ਬਾਅਦ ਆ ਕਿਸਾਨੀ ਦੀ ਸੇਵਾ ਵੱਡੀ ਕਰਕੇ ਗਿਆ। ਜਾਨੀ ਇਹਦੀ ਦੇਣ ਹੈ ਜਿਹੜੀ ਉਹ ਨਹੀਂ ਦੇ ਸਕਦੇ, ਕਿਉਂਕਿ ਅਸੀਂ ਜਦੋਂ ਸੰਨਾ ਧੌਲੇ ਸੰਘੇੜੇ ਦਾ ਘੋਲ ਲੜਿਆ ਨਾ, ਉਦੋਂ ਵੀ ਸਾਡੇ ਨਾਲ, ਮੇਰੇ ਨਾਲ ਉਹ ਦਿਨ ਰਾਤ ਜਾਨੀ ਜਿਹੜਾ ਟਰਾਈਡੈਂਟ ਗਰੁੱਪ ਨਾਲ ਘੋਲ ਲੜਿਆ ਗਿਆ, ਉਦੋਂ ਵੀ ਜਾਨੀ ਮੈਂ ਇੱਕ ਦਿਨ ਵੀ ਇਹੋ ਜਿਹਾ ਪਾਂਚਾ ਨਹੀਂ ਹੋਣਾ ਜਦੋਂ ਮੈਂ ਉਹਨੂੰ ਕਹਿਣਾ ਉਸੇ ਟਾਈਮ ਮੇਰੇ ਨਾਲ ਉਹ ਮੋਟਰਸਾਈਕਲ ਤੇ ਬੈਠ ਕੇ ਚਲੇ ਜਾਣਾ। ਲੋ, ਮੈਂ ਦਰਸ਼ਕੋ ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ, ਪ੍ਰਧਾਨ ਜੀ ਵੀ ਦੱਸ ਰਹੇ ਨੇ, ਸੰਘੇੜਾ ਇੱਥੋਂ ਬਹੁਤ ਦੂਰ ਹੈ, ਔਰ ਸੰਘੇੜਾ ਇੱਥੋਂ ਦੂਰ ਹੈ, ਪਰ ਜਿਹਦੇ ਅੰਦਰ ਦਰਦ ਹੁੰਦਾ ਹੈ, ਜਿਹਦੇ ਅੰਦਰ ਲੁਕਾਈ ਦਾ ਦਰਦ ਹੁੰਦਾ, ਜਿਹਨੂੰ ਪਤਾ ਹੁੰਦਾ ਕਿ ਮੈਂ ਸੰਘਰਸ਼ ਲੜਨਾ, ਕਿੱਥੇ ਤੋਲਾਵਾਲ, ਕਿੱਥੇ ਜ਼ਿਲ੍ਹੇ ਬਰਨਾਲੇ ਦੇ ਨਾਲ ਲੱਗਦਾ, ਬਰਨਾਲੇ ਸ਼ਹਿਰ ਦੇ ਨਾਲ ਲੱਗਦਾ ਸੰਘੇੜਾ, ਉਹ ਵੀ ਵੱਡਾ ਗਰੁੱਪ, ਟਰਾਈਡੈਂਟ ਗਰੁੱਪ, ਇੰਟਰਨੈਸ਼ਨਲ ਗਰੁੱਪ ਹੈ, ਉਹਨਾਂ ਦੇ ਖਿਲਾਫ ਘੋਲ ਲੜਨਾ। ਇੱਥੋਂ ਆਪਣੇ ਪਿੰਡ ਤੋਂ ਪ੍ਰਧਾਨ ਜੀ ਨਾਲ ਸੰਘੇੜੇ ਤੱਕ ਪਹੁੰਚ ਕੇ ਉਸ ਘੋਲ ਦੇ ਵਿੱਚ ਵੀ ਹਾਜ਼ਰੀ ਲਵਾਉਣੀ, ਇਹ ਹੁੰਦੇ ਨੇ ਲੋਕ ਜਿਨ੍ਹਾਂ ਕਰਕੇ ਲੋਕ ਘੋਲ ਜਿੱਤੇ ਜਾਂਦੇ ਆ। ਜੀ ਪ੍ਰਧਾਨ। ਨਾਲੇ ਸੰਨਾ ਤੋਂ ਬਾਅਦ ਅਸੀਂ ਗੋਬਿੰਦਪੁਰੇ ਦੀ ਲੜਾਈ ਲੜੀ ਹੈ ਜੀ, ਮਾਨਸਾ ਵਾਲੀ ਕਰਜ਼ੇ ਦਾ ਅੰਦੋਲਨ ਅਸੀਂ ਜਾਨੀ ਸ਼ੁਰੂ ਕੀਤਾ, ਜਿਸ ਦਿਨ ਤੋਂ ਉਹਦਾ ਅੰਤ ਤੱਕ ਜਾਨੀ ਅਸੀਂ ਸਰਕਾਰਾਂ ਦੇ ਜਿਹੜੀ ਜ਼ਬਾਨ ਦੇ ਵਿੱਚ ਉਹ ਕਰਜ਼ੇ ਵਾਲੀ ਗੱਲ ਆ ਉਹ ਅਖਵਾਈ ਹੈ। ਜਾਨੀ ਉਹਦੇ ਵਿੱਚ ਉਹਦਾ ਇੰਨਾ ਜੱਗਰ ਸਿੰਘ ਦਾ ਤਜਰਬਾ ਤੀ, ਜਾਨੀ ਜੇ ਅਸੀਂ ਉਹਨੂੰ ਗੀਤ ਇੰਨਾ ਮੁੱਢ ਤੋਂ ਲਾ ਕੇ ਗੀਤਕਾਰ ਤੀ ਉਹ, ਜੇ ਅਸੀਂ ਉਹਨੂੰ ਕਹਿੰਦੇ ਵੀ ਤਾਇਆ ਜੀ, ਮੇਰੇ ਤਾਇਆ ਜੀ ਲੱਗਦੇ ਹੁੰਦੇ, ਮੈਨੂੰ ਕਹਿੰਦਾ ਤਾਇਆ ਜੀ ਆਹ ਗੀਤ ਬਣਾਉਣਾ, ਤਾਂ ਉਹ ਕਹਿੰਦਾ ਬਸ 15 ਮਿੰਟ ਦੇ ਤੇ ਗੀਤ ਤਿਆਰ ਹੈ। ਕੀ ਬਾਤ ਹੈ। ਜਾਨੀ ਮਤਲਬ ਸਾਨੂੰ ਉਹ ਗੀਤ ਬਣਾ ਕੇ ਸਟੇਜ ਤੇ ਲਾ ਦੇਣਾ। ਕਿਸਾਨੀ ਸੰਘਰਸ਼ਾਂ ਦੇ ਨਾਲ ਜੁੜੇ ਹੋਏ ਇਲਾਕੇ ਦੇ ਵਿੱਚ ਅਸੀਂ ਕਈ ਵਾਰ ਹੱਸਣ ਲੱਗੇ ਇੱਕ ਵਾਰੀ ਵੀ ਯਾਰ ਆਪਣੇ ਪਿੰਡ ਕਿੰਨੇ ਜੁੜੇ ਹੋਏ ਆਪਣੇ ਇਸ ਮੋਰਚੇ ਨਾਲ, ਆਪਣੀ ਜਥੇਬੰਦੀ ਨਾਲ। ਜਾਨੀ ਤਕਰੀਬਨ ਉਹ ਗੀਤ ਦੇ ਰਾਹੀਂ ਸਾਰੇ ਪਿੰਡ ਗਿਣ ਕੇ ਦੱਸ ਦਿੰਦਾ ਵੀ ਇੰਨੇ ਪਿੰਡ ਆਪਣੀ ਜਥੇਬੰਦੀ ਨਾਲ ਜੁੜੇ ਹੋਏ ਆ, ਇਹ ਪੱਕੇ ਆ, ਕੱਚੇ ਆ, ਸਾਰੇ ਉਹ ਵੀ ਕੱਢ ਲੈਂਦਾ। ਜਾਨੀ ਇੱਕ ਵਾਰੀ ਹਾਸੇ ਵਾਲੀ ਗੱਲ ਹੈ, ਇੱਕ ਵਾਰੀ ਸਾਡੇ ਤੇ ਅਸੀਂ ਭਾਈ ਬਖਤੌਰ ਫਾਟਕ ਦੇ ਉੱਤੇ ਰੇਲ ਰੋਕਣੀ ਤੀ ਜੀ, ਤੇ ਸਰਕਾਰ ਦਾ ਰਵੱਈਆ ਸਖਤ ਸੀ, ਤੇ ਸਰਕਾਰ ਨੇ ਸਾਡੇ ਤੇ ਲਾਠੀ ਚਾਰਜ ਕਰਤਾ ਜੀ, ਤੇ ਲਾਠੀ ਚਾਰਜ ਵੀ ਇੰਨਾ ਭੈੜਾ ਕੀਤਾ, ਜਾਨੀ ਸਾਡੇ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਲੱਤ ਤੋੜਤੀ, ਤੇ ਬਾਕੀ ਭੱਜ ਭੁੱਜ ਗਏ, ਸਾਰੇ ਹੋ ਗਏ। ਜਾਨੀ ਇਹਨੇ ਉਦੋਂ ਉਸ ਟਾਈਮ ਇਹਦੀ ਇੰਨੀ ਦਿਮਾਗ ਨੇ ਕੰਮ ਕੀਤਾ, ਜਾਨੀ ਇੱਕ ਨਰਮੇ ਦੇ ਵਿੱਚ ਜਾ ਕੇ ਡਾਂਗ ਤੇ ਇਹਦੇ ਕੋਲੇ ਹੁੰਦੀ, ਝੰਡਾ ਲਾਇਆ ਇਹਨੇ ਗੀਜੇ 'ਚ ਪਾ ਕੇ, ਡਾਂਗ ਲੈ ਕੇ ਖੜ ਗਿਆ। ਉਹ ਕਹਿੰਦਾ ਯਾਰ ਇਹ ਕਿੱਧਰ ਪਾ ਰਿਹਾ, ਮੇਰਾ ਸਾਰਾ ਨਰਮਾ ਖੜਿਆ ਦੇਣਗੇ, ਕਿਉਂਕਿ ਜੇ ਉਹ ਇਹ ਨਾ ਮੌਕੇ ਤੇ ਵਰਤਦਾ ਤੇ ਸ਼ਾਇਦ ਉਹਦਾ ਵੀ ਵੱਡਾ ਨੁਕਸਾਨ ਪੁਲਿਸ ਉਦੋਂ ਕਰਨ ਦੀ। ਇਹ ਵੀ ਤਰਤੀਬ ਹੁੰਦੀ ਆ, ਦੇਖੋ ਇਹ
ਇਹ ਘੋਲ ਲੜਨ ਵਾਲੇ ਲੋਕਾਂ ਕੋਲ ਉਦੋਂ ਦਾ ਮਤਲਬ ਇਹ ਦਿਮਾਗ ਵੀ ਹੋਣਾ ਚਾਹੀਦਾ ਕਿ ਮੌਕੇ ਮੁਤਾਬਕ ਬਚਾਅ ਕਿਵੇਂ ਕਰਨਾ ਤਾਂ ਕਿ ਜਥੇਬੰਦੀ ਦਾ ਨੁਕਸਾਨ ਨਾ ਹੋਵੇ। ਜਾਣੀ ਉਸ ਸਮੇਂ ਬਹੁਤ ਸਾਰੇ ਸਾਡੇ ਬੰਦਿਆਂ ਦੇ ਜ਼ਖਮੀ ਹੋਏ, ਸੱਟਾਂ ਵੱਜੀਆਂ, ਚੱਲੇ, ਅਸੀਂ ਹਸਪੀਟਲ ਲੈ ਕੇ ਸਾਹਮਣੇ। ਤੇ ਜਦੋਂ ਮੈਂ ਹੱਸਣ ਲੱਗਾ ਮੈਂ ਕਿਹਾ ਤਾਇਆ ਤੂੰ ਬੜਾ ਦਿਮਾਗ ਤੋਂ ਕੰਮ ਲਿਆ। ਕਹਿੰਦਾ ਇਹ ਵੀ ਯਾਰ ਮੌਕਾ ਹੀ ਹੁੰਦਾ ਹੈ, ਜਦੋਂ ਮੌਕਾ ਆਪਾਂ ਬਚਾਉਂਦੇ ਨਹੀਂ ਤਾਂ ਮਾਰ ਪੈਂਦੀ। ਜਾਣੀ ਸਾਡੇ ਤੇ ਜਦੋਂ ਵੀ ਪਿੰਡ ਦੇ ਵਿੱਚ ਰੇਡ ਪੈਂਦੀ, ਜਦੋਂ ਵੀ ਪੁਲਿਸ ਛਾਪੇ ਮਾਰਦੀ, ਜਾਣੀ ਉਦੋਂ ਅਸੀਂ ਕਈ ਵਾਰੀ ਇਹ ਹੁੰਦਾ ਕਿਉਂਕਿ ਖੇਤ 'ਚ ਵੀ ਚੱਲ ਆਪਾਂ ਉੱਥੇ ਤਾਏ ਕੋਲੇ ਚੱਲਦੇ ਆ, ਫਿਰ ਉਹ ਕਹਿੰਦਾ ਯਾਰ ਮੇਰਾ ਨਾਂ ਤਾਂ ਮੂਹਰੇ ਆਊਗਾ, ਫਿਰ ਅਸੀਂ ਕਹਿੰਦੇ ਯਾਰ ਹੋਰ ਆਪਾਂ ਪਰਾਂ ਸਾਈਡ ਤੇ ਕਿਸੇ ਕੋਠੇ 'ਚ ਬਹਿ ਜਾਂਦੇ ਆ 10 ਮਿੰਟ ਤਾਂ ਕੀ। ਜਾਣੀ ਮੇਰਾ ਮਤਲਬ ਕਹਿਣ ਦਾ ਵੀ ਉਹਦੇ ਇੰਨੇ ਤਜਰਬੇ ਤੇ ਜਿਹੜੇ ਤਜਰਬੇ ਅਸੀਂ ਜਾਣੀ ਉਹ ਬਹੁਤ ਵਾਰੀ ਮੌਕੇ ਤੇ ਅਸੀਂ ਸਿੱਖਦੇ ਰਹਿੰਦੇ। ਪ੍ਰਧਾਨ ਜੀ ਮੈਂ ਨਾ ਦਰਸ਼ਕਾਂ ਨੂੰ ਦੱਸੋ, ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹ ਸਮਾਂ ਵੀ ਰਿਹਾ ਕਿ ਘੋਲ ਲੜ ਰਹੇ ਲੋਕਾਂ ਦੇ ਉੱਤੇ ਪੁਲਿਸ ਰੇਡਾਂ ਕਰਦੀ ਰਹੀ ਹੈ। ਮਤਲਬ ਲੜ ਤਾਂ ਹੱਕੀ ਲੜਾਈ ਰਹੇ ਹੋ, ਹੁਣ ਤਾਂ ਮਤਲਬ ਸਮਾਂ ਇੰਨਾ ਸੌਖਾ ਹੋ ਗਿਆ ਵੀ ਹਰ ਬੰਦਾ ਮੋਬਾਈਲ ਚੱਕ ਕੇ ਆਪਣੀ ਗੱਲ ਕਹਿ ਦਿੰਦਾ ਫੋਨ ਦੇ ਉੱਤੇ, ਵੀਡੀਓ ਬਣਾ ਕੇ ਜਾਂ ਮਾਈਕ ਲਾ ਕੇ ਆਪਾਂ ਸਪੀਕਰ ਲਾ ਕੇ ਗੱਲ ਕਰ ਲੈਂਦੇ ਹਾਂ। ਕੀ ਪੰਜਾਬ ਦੇ ਵਿੱਚ ਉਹ ਟਾਈਮ ਵੀ ਰਿਹਾ ਵੀ ਜਿਹੜਾ ਕੋਈ ਬੰਦਾ ਲੋਕ ਘੋਲ ਲੜ ਰਿਹਾ, ਚਾਹੇ ਉਹ ਕਿਸਾਨੀ ਦਾ, ਚਾਹੇ ਮਜ਼ਦੂਰੀ ਦਾ, ਚਾਹੇ ਅਧਿਆਪਕ ਕੋਈ, ਕਿ ਪੁਲਿਸ ਉਹਨਾਂ ਨੂੰ ਚੱਕਦੀ ਰਹੀ ਹੈ ਘਰੋਂ ਘਰੀ ਜਾ ਕੇ, ਇਹ ਟਾਈਮ ਵੀ ਰਿਹਾ? ਅਸੀਂ ਬਹੁਤ ਹਾਲਾਤ ਮਾੜੇ ਦੇਖੇ ਆ। ਜਾਣੀ ਇੱਥੋਂ ਤੱਕ ਸਾਨੂੰ ਪੁਲਿਸ ਫੜ ਕੇ ਅਸੀਂ ਜੇਲ੍ਹਾਂ ਵੀ ਕੱਟੀਆਂ ਨੇ। ਸਾਡੇ ਨਾਲ ਜੱਗਰ ਸਿੰਘ ਨੇ ਵੀ ਜੇਲ੍ਹ ਕੱਟੀ ਹੈ। ਜਾਣੀ ਮਤਲਬ ਉਹ ਹੋਇਆ ਸਮਾਂ ਤੇ ਜਿਹੜੇ ਸਮੇਂ ਦੇ ਵਿੱਚ ਅਸੀਂ ਜਦੋਂ ਪੁਲਿਸ ਦਾ ਰਵੱਈਆ ਸਖਤ ਹੁੰਦਾ ਸੀ, ਜਾਣੀ ਉਹ ਸਮੇਂ ਜਾਣੀ ਪੁਲਿਸ ਆਪਣੀ ਜਿਹੜੀ ਜ਼ਬਰ ਜੋ ਸਾਡੇ ਨਾਲ ਕਰਦੇ, ਜਾਣੀ ਫੜ ਕੇ ਕਿਸੇ ਨੂੰ ਜੇਲ੍ਹਾਂ 'ਚ ਬੰਦ ਕਰਤਾ, ਕਿਸੇ ਨੂੰ ਥਾਣਿਆਂ 'ਚ ਬੰਦ ਕਰਤਾ। ਜਾਣੀ ਅਸੀਂ ਇੰਨਾ ਜ਼ਰੂਰਤ ਵੀ ਸਾਡੀ ਆਪਣੀ ਜਥੇਬੰਦੀ ਦਾ, ਅਸੀਂ ਪੰਜਾਬ ਦੇ ਵਿੱਚ ਜਿੰਨੇ ਵੀ ਸੰਘਰਸ਼ ਲੜਿਆ, ਅਸੀਂ ਅੱਜ ਤੱਕ ਕੋਈ ਸੰਘਰਸ਼ ਅਧੂਰਾ ਨਹੀਂ ਛੱਡਿਆ। ਅਸੀਂ ਹਰੇਕ ਸੰਘਰਸ਼ ਨੂੰ ਸਿਰੇ ਤੱਕ, ਜਿੱਤ ਤੱਕ ਲੈ ਕੇ ਜਾਂਦੇ ਰਹੇ ਹਾਂ। ਜਾਣੀ ਇੱਕ ਵਾਰੀ ਅਸੀਂ ਮੀਟਿੰਗ ਕਰ ਰਹੇ ਹਾਂ ਗੰਡੂਆਂ ਦੇ ਵਿੱਚ, ਜਿੱਥੇ ਤੁਸੀਂ ਕੱਲ ਉਹ ਕਰਕੇ ਆਏ ਹੋ। ਜਾਣੀ ਉੱਥੇ ਅਸੀਂ ਮੀਟਿੰਗ ਬੜੀ ਗੁਪਤ ਕਰਨੀ ਸੀ, ਇੰਟੈਲੀਜੈਂਸ ਬਹੁਤ ਤੇਜ਼ ਹੁੰਦੀ ਹੈ। ਜਾਣੀ ਉਹਨੂੰ ਪਤਾ ਲੱਗਿਆ ਵੀ ਸਾਰੇ ਆਗੂ ਉਰੇ ਬੈਠੇ ਆ, ਤੇ ਮੇਰੇ ਨਾਲ ਜੱਗਰ ਸਿੰਘ ਵੀ ਨਾਲ ਸੀ। ਤੇ ਇਹਨੂੰ ਮੈਂ ਉਹਦਾ ਸਾਈਡ ਤੇ ਪਿੰਡ 'ਚ ਬਿਠਾਇਆ ਵੀ ਤੂੰ ਬੈਠ, ਤੈਨੂੰ ਮੈਂ ਅਸੀਂ ਮੀਟਿੰਗ ਕਰਕੇ ਮੈਂ ਆਇਆ। ਜਾਣੀ ਉਹ ਨਾਲ ਦੀ ਨਾਲ ਪੁਲਿਸ ਨੂੰ ਪਤਾ ਲੱਗਿਆ ਤੇ 4 ਸਵੇਰੇ ਪਿੰਡ ਘਿਰ ਗਿਆ। ਸਾਨੂੰ ਪਤਾ ਲੱਗਿਆ ਵੀ ਯਾਰ ਹੁਣ ਬੜਾ ਮੁਸ਼ਕਲ ਹੈ, ਹੁਣ ਆਪਣਾ ਜਿਹੜਾ ਘੋਲ ਹੈ ਇਹਦੇ ਵਿੱਚ ਬਹੁਤ ਨੁਕਸਾਨ ਹੋ ਜੂ। ਸੂਬਾ ਪ੍ਰਧਾਨ ਜੀ ਸਾਡੇ ਸਰਦਾਰ ਜੋਗਿੰਦਰ ਸਿੰਘ ਜੀ ਗਰਾਹਾਂ ਨਾਲ ਤੇ ਜਾਣੀ ਉਸ ਸਮੇਂ ਮਾਈਆਂ ਨੇ ਉੱਥੋਂ ਦੀਆਂ ਨੇ ਇੰਨੀ ਕੁਰਬਾਨੀ ਕੀਤੀ ਜੱਗਰ ਸਿੰਘ ਦੇ ਕਰਕੇ। ਜਾਣੀ ਉੱਥੇ ਉਸ ਸਮੇਂ ਅਸੀਂ ਜਿਹੜਾ ਪ੍ਰੋਗਰਾਮ ਆ ਉਹ ਕਰਨ ਦੇ ਵਿੱਚ ਸਫਲ ਹੋਏ ਉਸ ਬੰਦੇ ਦੇ ਇੱਕ ਬੰਦੇ ਦੇ ਦਿਮਾਗ ਕਰਕੇ। ਨਹੀਂ ਤਾਂ ਮੌਕੇ ਦੇ ਉੱਤੇ ਉਹ ਤੋਂ ਵੱਡਾ ਨੁਕਸਾਨ ਜਥੇਬੰਦੀ ਦਾ ਵੀ ਹੋ ਸਕਦਾ। ਬਹੁਤ ਧੰਨਵਾਦ। ਮੇਰੇ ਕੋਲੇ ਕਿਉਂਕਿ ਵਕਤ ਦੀ ਕਮੀ ਹੈ ਤੇ ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਜੇ ਇੱਦਾਂ ਦਾ ਇਨਸਾਨ ਚਲਿਆ ਜਾਵੇ, ਦੇਖੋ ਕਿੱਦਾਂ ਦਾ ਹਿਰਦੇ ਸੀ ਉਹਦਾ, ਕਿੱਦਾਂ ਦਾ ਮਨ ਸੀ। ਜਥੇਬੰਦੀ ਦਾ ਵੀ ਬਚਾਅ ਕੀਤਾ ਮੌਕੇ ਬਾ ਮੌਕੇ। ਕਿੱਡੇ ਵਧੀਆ ਕਮਾਲ ਦੇ ਕਵੀ ਜਾਂ ਗੀਤਕਾਰ ਸੀਗੇ, ਜਦੋਂ ਮੌਕੇ ਤੇ ਲੋੜ ਪੈਂਦੀ ਸੀ ਕਿ ਕੀ ਆਹ ਗੀਤ ਬਣਾਉਣਾ ਹੈ ਤਾਂ ਲੋਕ ਸੰਘਰਸ਼ਾਂ ਨਾਲ ਜੁੜਿਆ ਹੋਇਆ ਗੀਤ ਵੀ ਨਾਲ ਦੀ ਨਾਲ ਤਿਆਰ। ਇਹ ਸਮੇਂ ਦੀ ਗੱਲ ਹੈ ਕਿ ਅਸੀਂ ਉਸ ਵਿਅਕਤੀ ਨੂੰ ਜਿਉਂਦੇ ਜੀ ਨਹੀਂ ਮਿਲ ਪਾਏ, ਜਾਂ ਕਹਿ ਦਈਏ ਕਿ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਐਡਾ ਕਮਾਲ ਦਾ ਇਨਸਾਨ ਸਮੇਂ ਤੋਂ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸ਼ਹਾਦਤਾਂ ਦੇ ਸਫ਼ਰ ਦੀ ਬਾਤ ਇਸੇ ਤਰੀਕੇ ਨਾਲ ਪਾਉਂਦੇ ਰਹਾਂਗੇ ਤਾਂ ਜੋ ਇਹ ਗੱਲ, ਇਹ ਬਾਤ ਸਿਰਫ ਤੁਹਾਡੇ ਜਾਂ ਸਾਡੇ ਤੱਕ ਸੀਮਿਤ ਨਾ ਰਹੇ, ਬਲਕਿ ਜ਼ਿੰਮੇਵਾਰ ਸਰਕਾਰਾਂ ਤੱਕ ਵੀ ਪਹੁੰਚੇ, ਤਾਂ ਜੋ ਸਰਕਾਰਾਂ ਨੂੰ ਪਤਾ ਲੱਗੇ ਕਿ ਇਹ ਜੋ ਇੱਕ ਇਤਿਹਾਸਕ ਸੰਘਰਸ਼ ਲੜਿਆ, ਐਵੇਂ ਨਹੀਂ ਲੜਿਆ ਗਿਆ, ਐਵੇਂ ਨਹੀਂ ਜਿੱਤਿਆ ਗਿਆ। 750 ਤੋਂ ਵੱਧ ਸ਼ਹੀਦੀਆਂ ਪਾਈਆਂ ਨੇ ਸਾਡੇ ਕਿਸਾਨ ਮਜ਼ਦੂਰ ਭਰਾਵਾਂ ਨੇ। ਫਿਰ ਕਿਤੇ ਜਾ ਕੇ ਇਸ ਲੜਾਈ ਦੀ ਜਿੱਤ ਜਿਹੜੀ ਆ ਉਹ ਸਾਨੂੰ 1.5 ਸਾਲ ਤੋਂ ਬਾਅਦ ਨਸੀਬ ਹੋਈ ਹੈ। ਸ਼ਹਾਦਤਾਂ ਦੇ ਸਫ਼ਰ ਦੇ ਵਿੱਚ ਫਿਰ ਕਿਸੇ ਹੋਰ ਕਿਸਾਨ ਮਜ਼ਦੂਰ ਸ਼ਹੀਦ ਪਰਿਵਾਰ ਨੂੰ ਮਿਲਾਂਗੇ, ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ। ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।